ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋਸ਼ਲ ਮੀਡੀਆ ਤੇ ਪਰਵਾਨ ਚੜੇ ਇਸ਼ਕ ਦੀ ਜਾਨਲੇਵਾ ਕਹਾਣੀ। ਜਿਹੜੀ ਕਹਾਣੀ ਹੈ ਇੰਸਟਾਗ੍ਰਾਮ ਤੋਂ ਸ਼ੁਰੂ ਹੋਈ ਸੀਗੀ ਜੀ। ਇੰਸਟਾਗ੍ਰਾਮ ਦੀ ਚੈਟ ਦੇ ਦੌਰਾਨ ਸਾਡੀ ਗੱਲਬਾਤ ਹੋਈ ਸੀਗੀ। ਵਿਆਹ ਤੋਂ ਕੁਝ ਟਾਈਮ ਬਾਅਦ ਹੀ ਮਤਲਬ ਇਹਦੀਆਂ ਜਿਹੜੀਆਂ ਹੈਬਿਟਸ ਆ ਉਹ ਸਾਰੀਆਂ ਜਿਹੜੀਆਂ ਆ ਸਪਲਿਟ ਚੇਂਜ ਹੋ ਗਈਆਂ ਇਹਦੀਆਂ। ਉਹਦੇ ਵਿੱਚ ਕਈ ਵਾਰ ਚੋਰੀ ਕਰਨੀ, ਸ਼ਰਾਬ ਪੀਣੀ ਜਾਂ ਉੱਦਾਂ ਬਹੁਤ ਜ਼ਿਆਦਾ ਵਾਇਲੈਂਸ ਕਰਨੀ। ਕਦੇ ਸੋਚਿਆ ਇਸ ਸੁਪਨੇ ਦੇ ਵਿੱਚ ਵੀ ਜਿਹਦੇ ਨਾਲ ਤੁਸੀਂ ਪਿਆਰ ਕੀਤਾ ਸੋਸ਼ਲ ਮੀਡੀਆ ਤੇ ਲਵ ਹੋਇਆ, ਫਿਰ ਉਹ ਅਰੇਂਜ ਮੈਰਿਜ ਹੋਈ, ਲਵ ਕਮ ਅਰੇਂਜ ਮੈਰਿਜ, ਤੇ ਜਿਹਦੇ ਨਾਲ ਪਿਆਰ ਕੀਤਾ ਉਹੀ ਤੁਹਾਨੂੰ ਅੱਗ ਲਾ ਕੇ ਸਾੜ ਦੇਗੀ। ਇਹਦੇ ਉੱਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਕਿਉਂਕਿ ਜੇ ਅੱਗ ਤੁਹਾਡੀ ਜਗ੍ਹਾ ਉਸ ਕੁੜੀ ਨੂੰ ਲੱਗੀ ਹੁੰਦੀ ਤਾਂ ਮੇਰੇ ਖਿਆਲ 'ਚ ਹੁਣ ਤੱਕ ਤੁਹਾਡਾ ਪੂਰਾ ਟੱਬਰ ਜੇਲ੍ਹ ਦੇ ਅੰਦਰ ਹੋਣਾ ਸੀ। ਅੱਗੇ ਕੀ ਲਿਖਿਆ ਹੈ ਜੀ? Therefore, in view of the serious allegations and the manner in which the attempt is made, ਮਤਲਬ ਜਿਸ ਤਰੀਕੇ ਦੇ ਨਾਲ ਜਲਾਇਆ ਗਿਆ ਹੈ, ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, I find no ground to grant the anticipatory bail to the petitioner। ਇਹ ਮਾਣਯੋਗ ਹਾਈ ਕੋਰਟ ਕਹਿੰਦਾ ਹੈ। तीनों जगह तो डिस्ट्रिक्ट कोर्ट तो भी, हाई कोर्ट तो, सुप्रीम कोर्ट तो एंटिसिपेटरी बिल जो है डिसमिस हो चुकी है, पिटीशंस डिसमिस हो चुकी हैं, पर पुलिस हुण तक गिरफ्तार क्यों नहीं कर सकी? मैं तो ये समझदा कि ਜਿਹੜਾ ਜਾਲ ਬਣਾਇਆ ਗਿਆ ਇਸ ਮੁੰਡੇ ਨਾਲ ਵਿਆਹ ਕਰਾਉਣ ਵਾਸਤੇ, ਇੰਸਟਾਗ੍ਰਾਮ ਤੇ ਖਾਂਦੇ ਪੀਂਦੇ ਘਰ ਦਾ ਪੜ੍ਹਿਆ ਲਿਖਿਆ ਸਰਕਾਰੀ ਨੌਕਰੀ ਵਾਲਾ ਮੁੰਡਾ ਲੱਭਿਆ ਗਿਆ। ਫਿਰ ਮੁੰਡੇ ਨਾਲ ਚੈਟ ਕਰਕੇ ਪੁੱਛਿਆ ਗਿਆ ਇਹਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ, ਫਿਰ ਉੱਦਾਂ ਦੀ ਕੁੜੀ ਬਣ ਕੇ ਦਿਖਾ ਕੇ ਡਰਾਮਾ ਕੀਤਾ ਗਿਆ। ਤਾਂ ਕਿੱਡੇ ਵੱਡੇ ਪੋਲੀਟੀਕਲ ਲਿੰਕ ਹੈ ਕੁੜੀ ਦੇ। ਮੈਨੂੰ ਉਹ ਬੰਦੇ ਦਾ ਨਾਮ ਪਤਾ, ਲੀਡਰ ਦਾ, ਮੈਂ ਕੈਮਰੇ ਸਾਹਮਣੇ ਨਹੀਂ ਬੋਲਾਂਗਾ। ਜਦੋਂ ਹੁਣ ਨਾ ਕੰਮ ਹੋਇਆ, ਨੈਕਸਟ ਟਾਈਮ ਉਸ IPS ਅਫਸਰ ਦਾ ਨਾਮ ਲਵਾਂਗੇ ਜਿਹੜਾ ਇਹਨੂੰ ਬਚਾ ਰਿਹਾ ਕੁੜੀ ਨੂੰ, ਉਸ ਪੋਲੀਟੀਕਲ ਬੰਦੇ ਦਾ ਮੈਂ ਨਾਮ ਲਵਾਂਗਾ, ਬਕਾਇਦਾ ਫੋਟੋਆਂ ਦੇ ਸਬੂਤ ਵੀ ਦੇਵਾਂਗਾ। ਕਿ ਕੀ ਪੰਜਾਬ ਪੁਲਿਸ ਦਾ ਇੱਕ IPS ਅਫਸਰ ਸੁਪਰੀਮ ਕੋਰਟ ਤੋਂ ਵੀ ਵੱਡਾ ਹੋ ਗਿਆ? ਜਿਹੜੀਆਂ ਗੱਲਾਂ ਉਹਨੇ IPS ਅਫਸਰ ਨੂੰ ਕੁੜੀ ਨੇ ਦੱਸੀਆਂ ਤੇ ਪੁਲਿਸ ਨੇ ਦੱਸੀਆਂ, ਇਹਨਾਂ ਦੀ ਫਾਈਲ ਦੇ ਵਿੱਚ ਹੈਗੀਆਂ, ਉਹ ਸਾਰੀਆਂ ਸੁਪਰੀਮ ਕੋਰਟ ਨੂੰ ਵੀ ਦੱਸੀਆਂ ਗਈਆਂ, ਹਾਈ ਕੋਰਟ ਨੂੰ ਵੀ ਦੱਸੀਆਂ ਗਈਆਂ। ਤੇ ਉਹ ਸਾਰੇ ਸਬੂਤ ਦੇ ਕੇ ਹਾਈ ਕੋਰਟ ਕਹਿ ਰਿਹਾ ਗਿਣੀ ਮਿੱਥੀ ਸਾਜ਼ਿਸ਼ ਨਾਲ ਅੱਗ ਲਗਾ ਕੇ ਫੂਕਿਆ ਗਿਆ। ਫਿਰ ਉਹ IPS ਅਫਸਰ ਕੀ ਕਰਨ ਜਾ ਰਿਹਾ? सुप्रीम कोर्ट कह चुकी है भी एंटिसिपेटरी बेल नहीं बनती, हाई कोर्ट कह चुकी है पहले ही भी ये गिनी मिथी साजिश है, पर पुलिस वाले साजिश नज़र क्यों नहीं आ रही? ये बड़ा बड़ा सवाल है। एक सर्वे मुताबक साडे देश दे विच 52% मर्द घरेलू हिंसा का शिकार हुंदे ने। वो गल वखरी है कि मर्दानगी दे झूठे हंकार विच कोई सच बोलण नूं तैयार नहीं। द खबरसार चैनल देख रहे सारे ही दर्शकों का स्वागत है। मैं हाँ तुहाडे नाल ठाकुर अमनदीप सिंह। पर एक नौजवान नाल तुहानूं मिलवावांगे जिसने यह जुर्रत भी की है कि हाँ उस दे नाल घरेलू हिंसा हुई, उसनूं अग ला के साड़न की कोशिश भी हुई तो वह सड़िया भी। अगे वधिए उस तो पहला तस्वीरां तुहानूं दिखावांगे जो बयान करनगियां उसका सूरत हाल। ये तस्वीरां उस नौजवान दियां ने जिस दे नाल तुहानूं अज असीं रूबरू करांगे, जिसने यह कबूल करन दी कोशिश की कि हाँ मेरे नाल हिंसा हुई, मैनू अग ला के साड़न की कोशिश की गई, ते अग लाउण वाला भी कोई होर नहीं, उन्हां दी खुद अपनी धर्म पत्नी। ते FIR दर्ज की गई इस मामले दे विच 15 मई 2020 ਨੂੰ FIR दर्ज ਹੁੰਦੀ है। साल लंघ चुकिया है, कार्रवाई कित्थे पहुंची है? गलबात करांगे, मिलवावांगे। साडे नाल इस वेले खुद वो नौजवान मौजूद है, गुरप्रीत। गुरप्रीत जी बहुत स्वागत है द खबर साहब। ਧੰਨਵਾਦ ਸਰ। गुरप्रीत जी 1 साल हो चुके FIR दर्ज होई ਨੂੰ। ਪਹਿਲਾਂ ਤਾਂ ਇੱਕ ਵਾਰ ਦਰਸ਼ਕਾਂ ਨੂੰ ਦੱਸੋ ਵੀ ਜਿਹੜੇ ਤੁਹਾਡੇ ਜੋ ਹਾਲਾਤ ਇਹ ਤਸਵੀਰਾਂ ਵਿੱਚ ਤੁਹਾਡੇ ਦਿਖ ਰਹੇ ਨੇ, ਜੋ ਇਹ ਹਾਲਤ ਹੈ, ਤੁਹਾਨੂੰ ਅੱਗ ਲਾ ਕੇ ਸਾੜਿਆ ਗਿਆ ਹੈ, ਤੁਰਿਆ ਨਹੀਂ ਜਾ ਰਿਹਾ, ਇਹ ਕਦੋਂ ਬਣੇ, ਕਿਵੇਂ ਬਣੇ, ਕਿਸ ਨੇ ਬਣਾਏ? ਇਹ ਸਰ ਜੋ ਵੀ ਇਹ ਅੱਗ ਲਾਉਣ ਦਾ ਕੰਮ ਹੈ, ਮੇਰੀ ਘਰ ਵਾਲੀ ਮੇਰੀ ਵਾਈਫ ਨੇ ਹੀ ਕੀਤਾ ਸੀਗਾ। ਉਹ ਨਸ਼ੇ ਦੀ ਆਦੀ ਸੀ, ਠੀਕ ਹੈ ਜੀ। ਅਤੇ ਉਹਨੇ 13-14 ਦੀ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਰਾਤ ਨੂੰ
ਅੱਗ ਇਹ ਤੇ ਸਪਿਰਟ ਪਾ ਕੇ ਤੇ ਉੱਤੇ ਅੱਗ ਲਗਾ ਦਿੱਤੀ ਸੀਗੀ। ਨਹੀਂ, ਉਸ ਦਿਨ ਕੋਈ ਤੁਹਾਡੀ ਲੜਾਈ ਹੋਈ ਸੀ ਉਹਨਾਂ ਦੇ ਨਾਲ 13-14 ਦੀ ਦਰਮਿਆਨੀ ਰਾਤ ਨੂੰ ਜੋ ਇਹ ਕਾਂਡ ਉਹਨਾਂ ਨੇ ਕੀਤਾ ਹੈ, ਕੋਈ ਲੜਾਈ ਹੋ ਗਈ ਸੀ ਜਾਂ ਫਿਰ ਪਤਾ ਹੀ ਨਹੀਂ ਲੱਗਿਆ? ਸਰ ਇਹ ਲੜਾਈ ਦਾ ਮਾਹੌਲ ਇਦਾਂ ਦਾ ਸੀਗਾ ਕਿ ਲੜਾਈ ਨਹੀਂ ਸੀਗੀ, ਪਹਿਲਾਂ ਇਹ ਬਿਲਕੁਲ ਠੀਕ ਸੀਗੀ, ਮਤਲਬ ਸਾਰਾ ਦਿਨ ਇਹ ਉਹਦਾ ਪਰੇਸ਼ਾਨ ਬਹੁਤ ਜ਼ਿਆਦਾ ਸੀਗੀ ਵੀ ਜਿੱਦਾਂ ਕੋਈ ਮਨ ਦੇ ਉੱਤੇ ਕੋਈ ਗੱਲ ਹੈ ਜਾਂ ਇਦਾਂ ਆ ਵੀ ਕੋਈ ਪਰੇਸ਼ਾਨੀ ਦਾ ਮਾਹੌਲ ਸੀਗਾ ਵੀ ਜਦੋਂ ਕੋਈ ਰਾਤ ਨੂੰ ਕੋਈ ਐਡਾ ਵੱਡਾ ਕੰਮ ਕਰਨਾ ਹੋਵੇ ਉਹਨਾਂ ਦੀ ਸਾਰੀ ਪਰਿਵਾਰ ਨਾਲ ਪੂਰੀ ਇਹਨਾਂ ਦੀ ਸਲਾਹ ਸਾਂਠਗਾਂਠ ਸਾਰਾ ਕੁਝ ਹੋ ਚੁੱਕਾ ਸੀ ਸ਼ਾਇਦ ਮੇਰੇ ਹਿਸਾਬ ਨਾਲ, ਤੇ ਥੱਲਿਓਂ ਬਿਲਕੁਲ ਠੀਕ ਗਈ ਆ, ਉੱਤੇ ਜਾ ਕੇ ਇੱਕਦਮ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੇ ਮੈਨੂੰ ਲੋਕਡਾਊਨ ਲੱਗਾ ਹੋਇਆ ਸੀ ਤੇ ਕਹਿੰਦੀ ਮੈਨੂੰ ਜੀ ਹੁਣੇ ਘਰ ਨੂੰ ਜਾਣਾ। ਮੈਂ ਸੋਚਿਆ ਮੈਂ ਕਿਹਾ ਵੀ ਅੱਧੀ ਰਾਤ ਨੂੰ ਇੱਕ ਕੀ ਸਿਸਟਮ ਆ ਵੇ ਆਪਾਂ ਉੱਦਾਂ ਦੇ ਮਾਹੌਲ 'ਚ ਨਹੀਂ ਰਹਿੰਦੇ, ਬਾਹਰ ਲੋਕਡਾਊਨ ਆ ਆਪਾਂ ਨਹੀਂ ਜਾ ਸਕਦੇ ਬਾਹਰ, ਵੀ ਆਪਾਂ ਫੇਰ ਕਦੀ ਦੇਖਾਂਗੇ ਜਾਂ ਜੋ ਵੀ ਹੈ ਵੇ। ਇੱਕ ਇਹਨਾਂ ਦੇ ਮਿਸਬਿਹੇਵੀਅਰ ਬਹੁਤ ਜ਼ਿਆਦਾ, ਇੱਦਾਂ ਸ਼ਰਾਬ ਪੀਣ ਦੀਆਂ, ਇਹ ਲੜਾਈ ਝਗੜੇ ਕੁੱਟਮਾਰ, ਮਤਲਬ ਸਮਾਨ ਚੱਕ ਕੇ ਮਾਰਨ ਵਾਲਾ ਸਿਸਟਮ ਇੱਥੇ ਤੱਕ ਪਹੁੰਚੇ, ਸ਼ਰਾਬ ਦੀਆਂ ਬੋਤਲਾਂ ਤੱਕ ਚੱਕ ਕੇ ਮਾਰਦੀ ਸੀ। ਇਹ ਇਸ ਤਰ੍ਹਾਂ ਦਾ ਹਾਲ ਸੀ ਇਹਦਾ। ਸ਼ਰਾਬ ਦੀਆਂ ਬੋਤਲਾਂ, ਸ਼ਰਾਬ ਲਿਆਂਦੇ ਕਿੱਥੋਂ ਸੀਗੇ? ਵੀ ਵਿਆਹ ਦੀ ਬਚੀ ਹੋਈ ਸੀ ਕਿਤੇ ਜਾਂ ਆਪ ਕਿਤੇ ਅਰੇਂਜ ਕਰਦੇ ਸੀ ਉਹ? ਸਰ ਇਹ ਵਿਆਹ ਦੀ ਬਚੀ ਹੋਈ ਸੀਗੀ, ਬਾਕੀ ਇਹ ਜਦੋਂ ਖੰਨੇ ਜਾਂਦੀ ਸੀ ਇਹ 3-3 4-4 ਘੰਟੇ, ਜਦੋਂ ਮੈਂ ਜਾ ਕੇ ਬੈਠ ਜਾਣਾ ਇਹ 3-3 4 ਘੰਟੇ ਆਉਂਦੀ ਨਹੀਂ ਸੀ। ਇਸ ਤੋਂ ਇਲਾਵਾ ਕੀ ਪਤਾ ਕੋਈ ਹੋਰ ਵੀ ਨਸ਼ਾ ਕਰਦੀ ਹੋਵੇ ਜਾਂ ਕੋਈ ਕੁਛ ਇੱਦਾਂ ਦਾ ਸਮਾਨ ਲਿਆ ਕੇ ਅਲਮਾਰੀ ਦੇ ਵਿੱਚ। ਹੁਣ ਆਮ ਨੋਰਮਲ ਬੰਦਾ ਤਾਂ ਇੱਦਾਂ ਹੀ ਹੁੰਦਾ ਵੀ ਸਵੇਰੇ ਕੱਪੜੇ ਆਪਣੇ ਇੱਕ ਦਰਵਾਜ਼ੇ ਦੇ ਪਿੱਛੇ ਟੰਗੇ ਲਾ ਕੇ ਚੱਲ ਜਾਂਦਾ, ਅਲਮਾਰੀ ਨਾਲ ਉਹਦਾ ਖਾਸ ਲਿੰਕ ਨਹੀਂ ਹੁੰਦਾ ਬੰਦੇ ਦਾ, ਇੱਕ ਔਰਤ ਨਾਲ ਹੀ ਹੁੰਦਾ। ਉਹਦੇ 'ਚ ਲਿਆ ਕੇ ਕੁਛ ਖਾਂਦੀ ਹੋਵੇ ਚੋਰੀ ਜਾਂ ਕੁਛ ਇੱਦਾਂ, ਕਿਉਂਕਿ ਜਿੱਦਾਂ ਦੇ ਮਾਹੌਲ ਸੀ, ਜੋ ਇਹਦੀਆਂ ਹਰਕਤਾਂ ਸੀਗੀਆਂ ਉਹ ਇਹ ਨੋਰਮਲ ਨਹੀਂ ਸੀਗੀਆਂ। ਹਰ ਵੇਲੇ ਕੱਟੀ ਰਹਿਣਾ, ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਨੀ, ਇੱਕ ਸਪੈਸ਼ਲ ਜੇ ਮਾਈਂਡ ਦੀ ਲੇਡੀ ਸੀਗੀ। ਮੈਨੂੰ ਸੀਗਾ ਵੀ ਮੈਂ ਕਿਹਾ ਚਲੋ ਸ਼ਾਇਦ ਕੀ ਪਤਾ ਤਾਂ ਦਿਲ ਨਹੀਂ ਲੱਗਦਾ ਪਿਆ ਸੀ ਇਹਨੂੰ ਬਥੇਰਾ, ਇਹਨੂੰ ਨਾਲ ਇਹਦੇ ਕਿਚਨ ਦੇ ਵਿੱਚ ਵੀ ਇਹਦਾ ਕੰਮ ਕਰਦੇ ਹੱਥ ਬਟਾਉਣਾ ਵੀ ਚਲੋ ਇਹਦਾ ਦਿਲ ਲੱਗੇ ਕਿਸੇ ਤਰੀਕੇ ਇਹ ਸਾਡੇ 'ਚ ਘੁਲੇ ਮਿਲੇ, ਪਰ ਇਹਦਾ ਸ਼ਾਇਦ ਕੋਈ ਮਕਸਦ ਹੋਰ ਸੀ, ਕੋਈ ਲਾਲਚ ਹੋ ਸਕਦਾ ਵੀ ਜਾਂ ਕੋਈ ਕੀ ਕਹਿ ਸਕਦੇ ਜੀ, ਇਹਨੇ ਕੋਈ ਬਹੁਤ ਗਿਣ ਮਿੱਥ ਕੇ ਇਹ ਕੰਮ ਕੀਤਾ। ਇੱਕ ਬਹੁਤ ਵੱਡੀ ਪਲੈਨਿੰਗ ਦੇ ਤਹਿਤ ਮੇਰੇ ਨਾਲ ਇਹ ਬਹੁਤ ਵੱਡਾ ਧੱਕਾ ਹੋ ਗਿਆ। 13-14 ਦੀ ਦਰਮਿਆਨੀ ਰਾਤ ਨੂੰ ਹੋਇਆ ਕੀ ਸੀ ਐਕਚੁਅਲੀ? ਕੀ ਹੋਇਆ ਸੀ ਉਸ ਦਿਨ ਜਦੋਂ ਉਸ ਰਾਤ ਨੂੰ ਜਦੋਂ ਤੁਹਾਨੂੰ ਅੱਗ ਲਾਈ ਗਈ ਹੈ, ਹੋਇਆ ਕੀ ਸੀ? ਹੋਇਆ ਸਰ ਇੱਦਾਂ ਸੀਗਾ ਕਿ ਅੱਜ ਜਦੋਂ ਗੱਲਬਾਤ ਨੋਰਮਲ ਕੋਈ ਲੜਾਈ ਝਗੜਾ ਹੱਥੋਂ ਪਾਈ ਵਰਗਾ ਕੋਈ ਮਾਹੌਲ ਨਹੀਂ ਸੀਗਾ। ਇਹ ਥੋੜ੍ਹੀ ਜਿਹੀ ਲਾਊਡਲੀ ਆਵਾਜ਼ 'ਚ, ਜਿੱਦਾਂ ਹੁਣ ਮੈਨੂੰ ਸੁਣਨ ਦੇ ਵਿੱਚ ਆ ਰਿਹਾ ਜੀ ਕੋਈ ਸੀਡੀ ਸੂਡੀ ਦਿੱਤੀ ਇਹਨਾਂ ਨੇ ਜਾਂ ਕੋਈ ਕੁਛ ਇੱਦਾਂ ਦਾ ਡਰਾਮਾ ਕੀਤਾ ਆ, ਉਹ ਸਭ ਇੱਕ ਨਾਟਕ ਬਣਾਉਣ ਦੀ ਕੋਸ਼ਿਸ਼ ਕੀਤੀ। ਜਾਂ ਤਾਂ ਉਸ ਸੀਡੀ ਦੇ ਵਿੱਚ ਮੈਂ ਇਹਨੂੰ ਕੁੱਟ ਦੇ ਦੀ ਹੋਵਾਂ, ਮੈਂ ਪਰਮਾਤਮਾ ਡਰਨ ਵਾਲਾ ਬੰਦਾ, ਮੈਂ ਅੱਜ ਤੱਕ ਕਦੀ ਇਹਦੇ 'ਤੇ ਹੱਥ ਨਹੀਂ ਚੱਕਿਆ, ਇਹ ਉਹ ਵੀ ਜਾਣਦੀ ਆ। ਘਰ ਦੇ ਵਿੱਚ ਉਹਨੂੰ ਅੱਜ ਤੱਕ ਕਦੀ ਕਿਸੇ ਨੇ ਉੱਚੀ ਆਵਾਜ਼ ਤਾਂ ਉਹ ਨਹੀਂ ਜਾਣਦੀ। ਇੱਦਾਂ ਦੀ 7 ਮਹੀਨਿਆਂ ਦੇ ਵਿੱਚ ਕੋਈ ਰਿਕਾਰਡਿੰਗ ਨਹੀਂ, ਇੱਕ ਰਾਤ ਦੇ ਵਿੱਚ ਐਡੀ ਵੱਡੀ ਰਿਕਾਰਡਿੰਗ ਬਣਾ ਕੇ ਇੱਕ ਮਾਹੌਲ ਤਿਆਰ ਕਰਕੇ। ਉਸ ਰਿਕਾਰਡਿੰਗਸ ਕੀ ਜ਼ਿਕਰ ਕੀ ਕੀਤਾ ਗਿਆ? ਜਿਸ ਰਿਕਾਰਡਿੰਗ ਦਾ ਜ਼ਿਕਰ ਜਜਮੈਂਟ ਵਿੱਚ ਵੀ ਹੋਇਆ ਹੈ, ਉਹ ਰਿਕਾਰਡਿੰਗ ਹੈ ਕੀ? ਸਰ ਰਿਕਾਰਡਿੰਗ ਮੈਂ ਸੁਣੀ ਨਹੀਂ ਆ, ਪਰ ਜਿੱਦਾਂ ਸੁਣਨ ਦੇ ਮੁਤਾਬਕ ਇਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਆ ਰਿਹਾ, ਉਹਦੇ ਵਿੱਚ ਕਹਿੰਦੀ ਜੀ ਗੁਰਪ੍ਰੀਤ ਨੇ ਆਪਣੇ ਆਪ ਨੂੰ ਅੱਗ ਲਗਾ ਲਈ, ਆਪਣੀ ਮਦਰ ਨੂੰ ਕਹਿ ਰਹੀ ਆ। ਮਤਲਬ ਕਿ ਜਦੋਂ ਇਹ ਕਾਂਡ ਹੋ ਗਿਆ ਉਸ ਤੋਂ ਬਾਅਦ ਇਹ ਆਪਣੇ ਘਰੇ ਫੋਨ ਕਰਦੇ ਨੇ ਤੇ ਉਸ ਫੋਨ ਕਾਲ ਤੇ ਉਹਨਾਂ ਨੂੰ ਇਤਲਾ ਕਰ ਰਹੇ ਨੇ ਵੀ ਇਹ ਕੁਝ ਹੋ ਗਿਆ। ਹਾਂਜੀ ਇਹ ਕਰ ਰਹੇ ਆ, ਪਰ ਫਿਰ ਵੀ ਉਹ ਅਗਲੇ ਦਿਨ ਬਿਲਕੁਲ ਤਿਆਰ ਹੋ ਕੇ 2 ਪੁਲਿਸਮੈਨ ਨਾਲ ਆਉਂਦੇ ਆ ਉਹਨਾਂ ਦੇ। ਬਿਲਕੁਲ ਇਹ ਨਹੀਂ ਹੈ ਕਿ ਉਹਨਾਂ ਲਈ ਕੁਝ ਨਵਾਂ ਹੋਇਆ ਜਾਂ ਕੋਈ ਅਚਾਨਕ ਆ ਜਾਂ ਕੋਈ ਸ਼ੌਕ ਦੀ ਕੋਈ ਉਹਨਾਂ ਦੇ ਉੱਤੇ ਕੋਈ ਝਲਕ ਨਹੀਂ ਸੀਗੀ। ਸਾਰੇ ਦਿਨ ਹੁਣ ਘਰਦਿਆਂ ਦੇ ਪਰਿਵਾਰ ਦੇ ਮੁਤਾਬਕ ਦੱਸਣ ਦੇ ਬਿਲਕੁਲ ਟੌਰ ਕੱਢ ਕੇ ਇੱਕ ਇਨੋਵਾ ਗੱਡੀ ਦੇ ਵਿੱਚ ਆਈ ਆ, ਕੋਈ ਸਰਕਾਰੀ ਪਲੇਟ, ਕੋਈ VIP ਪਲੇਟ ਲੱਗੀ ਜਿਹੜੀ ਇੱਕ ਕੱਪੜੇ ਦੇ ਨਾਲ ਢੱਕੀ ਹੋਈ ਸੀ ਕਾਲੇ ਨਾਲ। 2 ਪੁਲਿਸ ਉਸ ਗੱਡੀ 'ਚ ਕੌਣ ਆਇਆ ਜਿਹੜਾ ਸਰਕਾਰੀ ਢੱਕੀ ਹੋਈ ਸੀ? ਤੁਸੀਂ ਕਹਿ ਰਹੇ ਨੰਬਰ ਪਲੇਟ ਢੱਕੀ ਹੋਈ ਸੀ ਕੱਪੜੇ ਨਾਲ, ਉਸ ਗੱਡੀ 'ਚ ਆਇਆ ਕੌਣ? ਉਹਦੇ ਨਾਲ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਸੀਗੇ। ਇੱਕ ਲੜਕਾ ਸੀਗਾ ਸਰਦਾਰ ਤੇ ਇੱਕ ਇਹਨਾਂ ਦੀ ਮਦਰ ਸੀਗੀ ਤੇ ਸ਼ਾਇਦ ਇਹਨਾਂ ਦੇ ਮੇਰੇ ਖਿਆਲ ਫਾਦਰ ਵੀ ਹੋਣਗੇ, ਤੇ 2 ਪੁਲਿਸਮੈਨ ਸੀਗੇ। ਇੱਕ ਸਾਡੇ ਜਿਹੜੇ ਪਹਿਲੇ ਸੀਗੇ IO ਸੀਗੇ ਕੁਲਵਿੰਦਰ ਕੁਮਾਰ ਸੀਗਾ ਉਹਨਾਂ ਦਾ ਨੇ, ਉਹ ਸੀਗੇ, ਤੇ ਨਾਲ ਇੱਕ ਸਿਵਲ ਵਰਦੀ ਦੇ ਵਿੱਚ ਫਲੋਰ ਦਾ ਹੀ ਇੱਕ ਮੁਲਾਜ਼ਮ ਸੀ। ਉਹ ਉਸ ਸਰਕਾਰੀ ਗੱਡੀ 'ਚ ਜਾਂ VIP ਗੱਡੀ ਦੇ ਵਿੱਚ, ਉਸ VIP ਗੱਡੀ ਦੇ ਵਿੱਚ ਜਿਹਦੇ ਉੱਪਰ ਤੁਸੀਂ ਕਹਿ ਰਹੇ ਹੋ ਨੰਬਰ ਪਲੇਟ ਢੱਕੀ ਹੋਈ ਸੀ ਕੱਪੜੇ ਦੇ ਨਾਲ, ਉਹਨਾਂ ਦੀ ਮਾਤਾ ਕਿਵੇਂ ਵਿੱਚ ਬੈਠੀ ਹੋਈ ਸੀ? ਸਰ ਉਹ ਹੁਣ ਆਪਣੀ ਤਿਆਰੀ ਨਾਲ ਹੀ ਆਏ ਸੀਗੇ, ਹੁਣ ਉਹਨਾਂ ਨੂੰ ਇਹਨੂੰ ਭਜਾਉਣ ਦੇ ਚੱਕਰ ਦੇ ਵਿੱਚ ਸੀਗੇ ਹੋਰ ਕੀ। ਅੱਛਾ ਤੁਸੀਂ ਉਹ ਦੱਸੋ ਫਿਰ ਉਸ ਦਿਨ ਰਾਤ ਨੂੰ ਫਿਰ ਹੋਇਆ ਕੀ? ਮਤਲਬ ਜਦੋਂ ਅੱਗ ਕਿਵੇਂ ਲਾਈ ਤੁਹਾਨੂੰ ਪਤਾ ਸੀ ਤੁਸੀਂ ਜਾਗਦੇ ਸੀ, ਸੁੱਤੇ ਹੋਏ ਸੀ, ਹੋਇਆ ਕੀ? ਸਰ ਇੱਦਾਂ ਸੀਗਾ ਕਿ ਮੈਂ ਸੌਣ ਵਾਸਤੇ ਪੈ ਗਿਆ ਸੀ। ਮੈਂ ਕਿਹਾ ਵੀ ਇਹਦੀ ਕਿਟ ਪਿਟ ਜੀ, ਮੈਂ ਕਿਹਾ ਸ਼ਾਇਦ ਕੀ ਪਤਾ ਸ਼ਰਾਬ ਪੀਤੀ ਹੋਵੇ ਜਾਂ ਕੁਛ ਹੋਰ ਕੋਈ ਨਸ਼ਾ ਪਤਾ ਜਾਂ ਕੋਈ ਇੱਦਾਂ ਦਾ ਕੋਈ, ਇਹ ਤਾਂ ਡੇਲੀ ਦਾ ਕੰਮ ਸੀ ਇਹਦਾ, ਵੀ ਰੌਲਾ ਰੱਪਾ ਪਾਉਣਾ ਇਹ ਉਹ ਇੱਦਾਂ ਦਾ ਕੋਈ ਡੇਲੀ ਦਾ ਕੰਮ ਸੀਗਾ। ਤੇ ਮੈਂ ਇਹਨੇ ਕੀ ਕੀਤਾ ਕਿ ਮੈਂ ਤਾਂ ਇਹ ਹਲਕਾ ਸਿਰ ਦਰਦ ਕਰਦਾ ਸੀ, ਇਹ ਬੈੱਡ ਦੀ ਢੋ ਵਾਲੀ ਪਾਸੇ ਬੈਠੀ, ਮੈਂ ਇੱਧਰ ਦੂਸਰੇ ਪਾਸੇ ਪੈਰਾਂ ਵਾਲੇ ਪਾਸੇ ਸਿਰ ਕਰਕੇ ਪੈ ਗਿਆ। ਤੇ ਇਹਨੇ ਕੀ ਕੀਤਾ ਕਿ ਲਾਈਟ ਬੰਦ ਕੀਤੀ ਹੈ, ਮੇਨ ਜਿਹੜੀ ਬੈਡਰੂਮ ਦੀ ਹੈ ਉਹ ਲਾਈਟ ਬੰਦ ਕਰਕੇ, ਇੱਕ ਛੋਟੀ ਜਿਹੀ ਲਾਈਟ ਆਨ ਸੀਗੀ ਬਸ, ਉਹ ਵੀ ਦੂਸਰੀ ਦੀਵਾਰ ਨਾਲ ਸੀ, ਸ਼ਾਇਦ ਇਹਨੇ ਉਹ ਵੀ ਬੰਦ ਕਰ ਦੇਣੀ ਸੀ। ਤੇ ਜਦੋਂ ਮੇਰੇ ਤੇ ਪਿਆ ਵੀ ਮੈਨੂੰ ਜਦੋਂ ਮਹਿਸੂਸ ਹੋਇਆ ਨਾ ਵੀ ਠੰਡਾ ਜਿਹਾ ਜਦੋਂ ਸਪਿਲਟ ਦੀ ਸਮੈਲ ਜੀ ਆਈ, ਤਾਂ ਇਹਨੇ ਕੀ ਹੈ ਮੈਨੂੰ ਜਦੋਂ ਮੈਂ ਉੱਠ ਕੇ ਭੱਜਣ ਲੱਗਾ ਇਹਨੇ ਮੈਨੂੰ ਪਿੱਛੋਂ ਧੱਕਾ ਮਾਰ ਦਿੱਤਾ।
ਧੱਕਾ ਮਾਰਨ ਦੇ ਨਾਲ ਮੈਂ ਥੋੜ੍ਹਾ ਡਿੱਗ ਗਿਆ। ਜਦ ਨੂੰ ਇਹਨੂੰ ਮਾਚਿਸ ਜੋ ਵੀ ਇਹਨੂੰ ਤਿਆਰ ਕਰਨ ਨੂੰ ਟਾਈਮ ਜੋ ਵੀ ਕਹਿ ਸਕਦੇ ਵੀ ਮਿਲ ਗਿਆ, ਜਦ ਮੈਂ ਉੱਠ ਕੇ ਬਸ ਦਰਵਾਜ਼ੇ ਦੇ ਲੋਕ ਨੂੰ ਹੈਂਡਲ ਨੂੰ ਹੱਥ ਹੀ ਪਾਇਆ ਸੀ ਬਾਹਰ ਜਾਣ ਵਾਸਤੇ, ਇਹਨੇ ਮਾਚਿਸ ਦੀ ਤੀਰ ਚੱਕ ਕੇ ਉੱਤੇ ਸੁੱਟ ਦਿੱਤੀ ਅਤੇ ਆਪਣੀ ਜਾਨ ਬਚਾ ਕੇ ਮੈਂ ਭੱਜਾ ਥੱਲੇ। ਇਹਨਾਂ ਨੇ ਪਹਿਲਾਂ ਫਾਦਰ ਸਾਹਿਬ ਨੇ, ਸਿਸਟਰ ਨੇ, ਸਾਰਿਆਂ ਨੇ ਰੈਸਕਿਊ ਕੀਤਾ, ਫੈਮਿਲੀ ਨੇ, ਅਤੇ ਮਾੜਾ ਮੋਟਾ ਬਚਾਇਆ। ਫਿਰ ਵੀ ਬਹੁਤ ਜ਼ਿਆਦਾ ਉਸ ਵੇਲੇ ਤੱਕ ਕੰਡੀਸ਼ਨ ਖਰਾਬ ਹੋ ਗਈ ਸੀ ਕਿਉਂਕਿ ਸਪਿਟ ਬਹੁਤ ਰਿਐਕਟਿਵ। ਤਸਵੀਰਾਂ 'ਚ ਦਿਖ ਰਿਹਾ ਹੈ ਤੁਹਾਡੀ ਜੋ ਹਾਲਤ ਉਦੋਂ ਬਣੀ ਹੈ, ਲੇਕਿਨ ਤੁਹਾਨੂੰ ਉਦੋਂ ਜ਼ਿਹਨ 'ਚ ਨਹੀਂ ਆਇਆ ਵੀ ਹੋਇਆ ਕੀ ਹੈ, ਇਹਨੇ ਕਿਉਂ ਕੀਤਾ ਇੱਦਾਂ, ਮੈਂ ਕਿ ਮੇਰੀ ਘਰ ਵਾਲੀ ਹੈ ਕੋਈ ਹੋਰ ਨਹੀਂ, ਅਜਿਹਾ ਹੋਇਆ ਕੀ? ਸਰ ਮੇਰੇ ਵੀ ਅੱਜ ਤੱਕ ਸ਼ੌਕ ਵਿੱਚ ਹੀ ਆ ਵੀ ਇਹ ਅਸਲ ਦੇ ਵਿੱਚ ਇਹਨੂੰ ਐਡਾ ਵੱਡਾ ਸਟੈਪ ਲੈਣ ਦੀ ਕੀ ਪੈ ਗਈ ਸੀ। ਇਹ ਸਾਰਾ ਕੁਝ ਜਿਹੜਾ ਹੈ ਨਾ, ਇਹਦੀ ਸਾਰੀ ਜਿਹੜੀ ਮੋਟੀਵੇਸ਼ਨ ਆ ਨਾ, ਇਹਦੀ ਫੈਮਿਲੀ ਵੱਲੋਂ। ਇਹਦਾ ਬ੍ਰਦਰ ਆ, ਉਹ ਇੱਕ ਟਰੱਕ ਡਰਾਈਵਰ ਹੈ, ਉਹ ਵੀ ਜਦੋਂ ਸ਼ਰਾਬ ਸ਼ਰੂਬ ਪੀ ਲੈਂਦਾ, ਗੰਦੀਆਂ ਗੰਦੀਆਂ ਗਾਲਾਂ ਜੇ ਉਹ ਫੋਨ ਦੇ ਉੱਤੇ ਕੱਢਣੀਆਂ, ਇਹ ਆ ਉਹ ਆ। ਇਹਦੀ ਮਦਰ ਆ, ਇੱਥੇ ਆ ਕੇ ਮੈਂ ਇਹਦੀ ਜਿਹੜੀ ਸ਼ਰਾਬ ਵਾਲੀ ਵੀਡੀਓ ਚੱਲ ਰਹੀ ਸੀਗੀ, ਮੈਂ ਉਹ ਸਿਰਫ ਇਹਨੂੰ ਕੋਈ ਬਲੈਕਮੇਲ ਜਾਂ ਕੋਈ ਕੁਛ ਕਰਨ ਵਾਸਤੇ ਜਾਂ ਇਹਨੂੰ ਕੋਈ ਗਲਤ ਤਰੀਕੇ, ਗਲਤ ਮੇਰੀ ਵਾਈਫ ਸੀਗੀ ਉਹ, ਮੈਂ ਗਲਤ ਨਹੀਂ, ਇਹਨੂੰ ਸਮਝਾਉਣ ਵਾਸਤੇ ਬਣਾਈ ਸੀ ਵੀ ਜੇ ਇਹ ਦੇਖ ਮੈਂ ਤੇਰੇ ਘਰਦਿਆਂ ਨੂੰ ਦਿਖਾ ਦੂੰਗਾ ਜੇ ਇਹ ਤੂੰ ਨਾ ਇਹ ਛੱਡਿਆ ਕੰਮ ਤਾਂ। ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਹ ਸ਼ਰਾਬ ਵੀ ਪੀਂਦੀ ਹੈ ਤੁਹਾਡੀ ਘਰ ਵਾਲੀ? ਇਹ ਤੁਹਾਨੂੰ ਪਤਾ ਕਦੋਂ ਲੱਗਿਆ? ਵਿਆਹ ਤੋਂ ਕਿੰਨੇ ਟਾਈਮ ਬਾਅਦ ਪਤਾ ਲੱਗਿਆ? ਵਿਆਹ ਤੋਂ ਸਰ ਥੋੜ੍ਹੇ ਕੁ ਟਾਈਮ ਬਾਅਦ, ਮਤਲਬ 2-3 ਮਹੀਨੇ ਬਾਅਦ ਹੀ ਪਤਾ ਲੱਗ ਗਿਆ ਸੀਗਾ ਵੀ ਇਹ ਸ਼ੁਰੂ ਕਰ। ਤੁਸੀਂ ਆਪ ਪੀਂਦਿਆਂ ਨੂੰ ਦੇਖਿਆ ਇੱਥੇ ਘਰੇ? ਹਾਂਜੀ, ਇਹ ਸਾਡੇ ਬੈਡਰੂਮ। ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੂੰ ਇਹ ਕੀ ਕੰਮ ਕਰੀ ਜਾਂਦੀ? ਰੋਕਣ ਦੀ ਸਰ ਇਹਨੂੰ ਬਥੇਰੀ ਕੋਸ਼ਿਸ਼ ਕੀਤੀ ਆ, ਪਰ ਮੈਂ ਘਰ ਤੋੜ ਕੇ ਨਹੀਂ, ਮੈਂ ਘਰ ਜੋੜ ਕੇ ਰਾਜੀ ਸੀਗਾ। ਮੈਂ ਕਿਹਾ ਇਹਨੂੰ ਵੀ ਹੌਲੀ ਤਰੀਕੇ ਨਾਲ ਵਿੱਚ ਘਟਦੀ ਬਿਲਕੁਲ ਇੱਕਦਮ ਸਹੀ ਮਾਹੌਲ ਦੇ ਵਿੱਚ ਆ ਜਾਵੇ, ਸਾਡਾ ਘਰ ਵਿੱਚ ਬਣਿਆ ਰਹੇ। ਕਦੇ ਬੋਲਿਆ ਨਹੀਂ ਉਹਨਾਂ ਨੇ ਵੀ ਬੈਠੋ ਤੁਸੀਂ ਵੀ ਲਾ ਲਓ 2 ਪੈਗ? ਨਹੀਂ, ਮੈਂ ਸਰ ਨਾ ਕੋਈ ਨਸ਼ਾ ਨਾ ਪੀਂਦਾ, ਨਾ ਮੈਂ ਬਿਲਕੁਲ ਨਹੀਂ ਕਿਸੇ। ਤੁਸੀਂ ਬਈ ਮੇਰੀ ਵਾਈਫ ਦਾਰੂ ਪੀਂਦੀ ਹੈ, ਤੁਸੀਂ ਇਸ ਬਾਰੇ ਆਪਣੇ ਘਰਦਿਆਂ ਨੂੰ ਦੱਸਿਆ? ਹਾਂਜੀ ਸਰ, ਦੱਸਿਆ ਸੀਗਾ ਉਹਨਾਂ ਨੂੰ ਵੀ ਮੈਂ ਇਹੀ ਗੱਲ। ਉਹ ਕਹਿੰਦੇ ਸੀਗੇ, ਕਹਿੰਦੇ ਘਰਦਿਆਂ ਨਾਲ ਗੱਲ। ਮੈਂ ਕਿਹਾ ਪਹਿਲਾਂ ਇਹਨੂੰ ਮਾੜਾ ਸਮਝਾ ਕੇ ਦੇਖ ਲੈਂਦੇ ਵੀ ਜੇ ਕੋਈ ਗੱਲ ਬਹੁਤੀ ਨਾ ਵਧੇ, ਕਿਉਂਕਿ ਉਹ ਇੰਨੇ ਦਿਮਾਗ ਪੱਖੋਂ ਬਹੁਤ ਜ਼ਿਆਦਾ ਨਾ ਖਤਰਨਾਕ ਵਾਇਲੈਂਟ ਜਿਹੇ ਬੰਦੇ ਆ ਉਹ, ਵੀ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਬਹੁਤ ਜ਼ਿਆਦਾ ਕਲੇਸ਼ ਵੱਜ ਜੂਗਾ। ਆਪਾਂ ਨੂੰ ਤਾਂ ਇਹਦੇ ਨਾਲ ਮਤਲਬ ਹੈ ਜੇ ਸੁਧਰ ਜੇ ਆਪਣੇ ਲਈ ਰੱਬ ਆ। ਤੇ ਵਾਇਲੈਂਟ ਜੇ ਬੰਦੇ ਟੱਕਰੇ ਕਿਵੇਂ? ਤੁਹਾਡਾ ਵਿਆਹ ਕਿਵੇਂ ਹੋਇਆ? ਮਤਲਬ ਲਵ ਮੈਰਿਜ ਜਾਂ ਅਰੇਂਜ ਮੈਰਿਜ ਕਿਵੇਂ ਹੋਇਆ? ਕਿਵੇਂ ਵਾਇਲੈਂਟ ਬੰਦੇ ਕਿਵੇਂ ਟੱਕਰ ਕੇ ਤੁਹਾਨੂੰ? ਸਰ ਇਹ ਲਵ ਕਮ ਅਰੇਂਜ ਮੈਰਿਜ ਹੀ ਸੀਗੀ, ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਹੋਈ ਆ। ਇਹ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਮਿਲੀ ਸੀਗੀ। ਜਿੱਦਾਂ ਇਹ ਵੀ ਇੱਕ ਪਲਾਨ ਸੀ ਵੀ ਜਿੱਦਾਂ ਮੇਰੀ ਇੱਕ ਹੈਬਿਟ ਆ ਕਿ ਮੈਂ ਹਰ ਪੋਸਟ ਨੂੰ ਲਾਈਕ ਕਰਦਾ ਜਾਂਦਾ, ਵੀ ਚਲੋ ਆਦਤ ਹੁੰਦੀ ਬੰਦੇ ਦੀ। ਅਤੇ ਇਹਨੇ ਕੀ ਆ ਕਿ ਦੇਖਿਆ ਵੀ ਬੰਦਾ ਮੇਰੇ ਲਿਖਿਆ ਹੋਇਆ ਸੀ ਵੀ ਰੇਲਵੇ ਜੋਬ ਕਰਦਾ, ਜਾਂ ਪ੍ਰੋਫਾਈਲ ਹੁੰਦੀ ਹਰ ਬੰਦੇ ਦੀ ਹੈ ਨਾ ਇੰਸਟਾਗ੍ਰਾਮ ਦੇ ਉੱਤੇ ਜਾਂ ਫਿਰ ਉਹਦੇ 'ਤੇ। ਅਤੇ ਇਹਨੇ ਮਤਲਬ ਇੱਕ ਸੋਚ ਸਮਝ ਕੇ ਕੀਤਾ ਵੀ ਚਲੋ ਠੀਕ ਆ, ਇਹਦੇ ਆਪਣੀ ਕਸੌਟੀ ਦੇ ਉੱਤੇ ਸਹੀ ਉਤਰਦਾ। ਫਿਰ ਇਹਨੇ ਮੈਨੂੰ ਪੁੱਛਿਆ ਵੀ ਕਿ ਤੁਹਾਨੂੰ ਕੀ ਕੀ ਚਾਹੀਦਾ ਆ, ਮੈਰਿਜ ਕਿੱਦਾਂ ਦੀ, ਲੜਕੀ ਕਿੱਦਾਂ ਦੀ ਚਾਹੀਦੀ ਆ, ਵੀ ਤੁਹਾਡੀ ਫੈਮਿਲੀ ਕੀ ਆ, ਤੁਹਾਡਾ ਸਾਰਾ ਕੁਛ। ਇਹਨੇ ਸਾਡਾ ਬੈਕਗਰਾਊਂਡ ਦੇ ਉਹ ਸਾਰਾ ਕੁਛ ਪਤਾ ਕਰਕੇ ਸਾਨੂੰ ਉਸੇ ਹੀ ਮੈਂਟੈਲਿਟੀ ਦੇ ਨਾਲ ਹੀ ਮਿਲਿਆ ਇਹ। ਤੁਸੀਂ ਕਿਤੇ ਇੱਦਾਂ ਨਹੀਂ ਕਿਹਾ ਸੀ ਸਾਨੂੰ ਪੈਗ ਲਾਉਣ ਲਈ ਚਾਹੀਦੀ ਹੈ? ਨਹੀਂ, ਇੱਦਾਂ ਸਰ ਮੇਰੇ ਹਿਸਾਬ ਨਾਲ ਹਾਲੇ ਪੰਜਾਬ ਦੇ ਵਿੱਚ ਕੋਈ ਘਰ ਨਹੀਂ ਹੈਗਾ ਜਿਹੜਾ ਆਪਣੀ ਨੂੰਹ ਨੂੰ ਇਸ ਤਰੀਕੇ ਲੱਭੇਗਾ ਜਾਂ ਆਪਣੀ ਘਰ ਵਾਲੀ ਨੂੰ ਇਸ ਤਰੀਕੇ ਲੱਭੇਗਾ। ਤੁਹਾਨੂੰ ਤਾਂ ਸੋਸ਼ਲ ਮੀਡੀਆ 'ਤੇ ਲੱਭਿਆ ਹੋਇਆ ਪਿਆਰ ਬੜਾ ਮਹਿੰਗਾ ਪੈ ਗਿਆ, ਜਾਨਲੇਵਾ ਹੀ ਹੋ ਗਿਆ ਤੁਹਾਡੇ ਲਈ ਤਾਂ। ਸਰ ਜਾਨ ਲੈਵਾ ਤੇ ਜਾਨ ਤਾਂ ਲੈ ਹੀ ਲਈ ਸੀ, ਇਹ ਤਾਂ ਹੁਣ ਪਰਮਾਤਮਾ ਦੀ ਵਧਾਈ, ਕੁਛ ਚੰਗੇ ਕਰਮ ਕਹਿ ਸਕਦੇ ਹਾਂ ਉਹਦੇ ਕਰਕੇ ਵੀ। ਤੇ ਇੰਸਟਾਗ੍ਰਾਮ ਹੁਣ ਯੂਜ਼ ਕਰਦੇ ਹੋ ਕਿ ਨਹੀਂ? ਬਿਲਕੁਲ ਸਰ ਕਰਦਾ। ਤੌਬਾ ਨਹੀਂ ਕੀਤੀ ਹੁਣ ਸਰ ਇੱਦਾਂ ਆ, ਕੋਈ ਫੋਲੋਵਰ ਨਹੀਂ ਹੈਗਾ, ਕੋਈ ਉੱਦਾਂ ਦਾ ਕੁਛ ਨਹੀਂ ਹੈਗਾ। ਮੇਰਾ 0 ਅਕਾਊਂਟ ਸਿਰਫ ਆਪਣੇ ਵਾਸਤੇ ਹੀ ਰੱਖਿਆ ਹੋਇਆ। ਕਿਸੇ ਤੁਸੀਂ ਜਿੱਦਾਂ ਮੈਂ FIR ਆਪਾਂ ਦਰਸ਼ਕਾਂ ਨੂੰ ਵੀ ਦਿਖਾਈਏ, 15 ਮਈ ਨੂੰ ਜਿਹੜੀ FIR ਦਰਜ ਹੋਈ ਹੈ, ਇਹਦੇ ਉੱਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਕਿਉਂਕਿ ਜੇ ਅੱਗ ਤੁਹਾਡੀ ਜਗ੍ਹਾ ਉਸ ਕੁੜੀ ਨੂੰ ਲੱਗੀ ਹੁੰਦੀ ਤਾਂ ਮੇਰੇ ਖਿਆਲ 'ਚ ਹੁਣ ਤੱਕ ਤੁਹਾਡਾ ਪੂਰਾ ਟੱਬਰ ਜੇਲ੍ਹ ਦੇ ਅੰਦਰ ਹੋਣਾ ਸੀ। ਅਤੇ ਇਸ ਮਾਮਲੇ 'ਚ ਕੋਈ ਕਾਰਵਾਈ ਹੋਈ ਹੈ ਹੁਣ ਤੱਕ ਕਿ ਨਹੀਂ? ਸਰ ਕਾਰਵਾਈ ਦੀ ਇੱਦਾਂ ਆ ਕਿ ਜੇ ਤਾਂ ਹੋਵੇ ਕੋਈ ਆਮ ਨੋਰਮਲ ਇਨਸਾਨ, ਠੀਕ ਹੈ ਜੀ, ਪਹਿਲੀ ਗੱਲ ਤਾਂ ਕਾਨੂੰਨ ਤੋਂ ਡਰਨਾ ਵੀ ਚਾਹੀਦਾ ਕਿਤੇ, ਹੈ ਨਾ, ਵੀ ਜੇ ਡਰ ਨਹੀਂ ਤਾਂ ਬਹੁਤ ਵੱਡੇ ਕ੍ਰਾਈਮ ਹੋ ਸਕਦੇ ਆ। ਇਹਦੇ ਚੱਕਰ ਕਿ ਉਹਨਾਂ ਨੂੰ ਕੋਈ ਜਾਂ ਤਾਂ ਕੋਈ ਡਰ ਨਹੀਂ ਹੈਗਾ, ਜਾਂ ਉਹ ਇਸ ਕੰਮ ਦੇ ਪ੍ਰੋਫੈਸ਼ਨਲ ਆ, ਜਿਹੜੇ ਹਾਈ ਸੈਸ਼ਨ ਕੋਰਟ ਜਾਂਦੇ ਆ, ਹਾਈ ਕੋਰਟ ਜਾਂਦੇ ਆ, ਫਿਰ ਸੁਪਰੀਮ ਕੋਰਟ ਜਾਂਦੇ ਆ, ਉਸ ਤੋਂ ਬਾਅਦ DGP ਸਾਹਿਬ ਦੀ ਇਨਕੁਆਇਰੀ ਲੱਗਦੀ ਆ, ਦਿਨਾਂ 'ਚ ਇਨਕੁਆਇਰੀ ਲੱਗਦੀ, ਦਿਨਾਂ 'ਚ ਹੀ ਖੁੱਲ੍ਹ ਜਾਂਦੀ ਅਤੇ ਦਿਨਾਂ 'ਚ ਹੀ ਜਲੰਧਰ ਆ ਜਾਂਦੀ ਆ, ਇਨਕੁਆਇਰੀ ਹੁੰਦੀ ਆ, ਕਾਰਵਾਈ ਉੱਧਰੋਂ ਜ਼ਿਆਦਾ ਹੋ ਰਹੀ, ਇੱਧਰੋਂ ਕੁਛ ਵੀ ਨਹੀਂ ਹੋ ਰਿਹਾ ਅਤੇ ਕਾਰਵਾਈ ਹੋ ਜਾਂਦੀ ਆ। ਇਹ ਸਾਰਾ ਕੁਝ ਸਰ ਮੈਨੂੰ ਤਾਂ ਲੱਗਦਾ ਕਿ ਬਹੁਤ ਵੱਡੀ ਕੋਈ ਜਾਂ ਤਾਂ ਕੋਈ ਪੋਲੀਟੀਕਲ ਪਾਵਰ ਹੋ ਸਕਦੀ ਆ, ਜਾਂ ਫਿਰ ਕੋਈ ਇਹ ਬਹੁਤ ਜ਼ਿਆਦਾ ਹੀ ਕੋਈ ਸਕੈਮ, ਕੋਈ ਸਕੈਂਡਲ ਆ ਸਰ, ਵੀ ਇਹ ਕੰਮ ਇਹ ਪ੍ਰੋਫੈਸ਼ਨਲੀ ਕਰਦੇ ਆ, ਵੀ ਇੰਨੀ ਜਾਣ ਪਛਾਣ ਅਤੇ ਇੰਨਾ ਇਹਨਾਂ ਦਾ ਰੁਤਬਾ। ਪਹਿਲਾਂ ਵਿਆਹ ਦੇ ਟਾਈਮ ਦੇ ਉੱਤੇ ਕਹਿੰਦੇ ਜੀ ਸਾਡੇ ਫਾਦਰ ਸਾਹਿਬ ਜਿਹੜੇ ਆ ਉਹ ਇੱਕ ਫੈਕਟਰੀ ਦੇ ਵਿੱਚ 7000 ਨੂੰ ਜੋਬ ਕਰਦੇ ਆ, ਬ੍ਰਦਰ ਨੂੰ ਕੰਮ ਕਦੀ ਮਿਲਦਾ ਕਦੀ ਨਹੀਂ। ਤੁਸੀਂ ਦਾਜ ਦਹੇਜ ਮੰਗਿਆ ਸੀ? ਸਰ ਮੈਂ ਕੋਈ ਦਾਜ ਦਹੇਜ ਨਹੀਂ ਮੰਗਿਆ। ਇਹ ਦਾਜ ਦਹੇਜ ਦਾ ਤਾਂ ਇੱਕ ਨਾ ਹੈਗੀਆਂ ਬਹੁਤ ਭੈਣਾਂ ਮੇਰੀਆਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਨਾਲ ਬਹੁਤ ਧੱਕਾ ਹੁੰਦਾ, ਉਹਨਾਂ ਨਾਲ ਅਸੀਂ ਸਾਡੇ ਉਹਨੂੰ ਉਹ ਇਹ ਨਾ ਸੋਚਣ ਵੀ ਸਾਡਾ ਕੋਈ ਨਹੀਂ ਭਰਾ ਖੜਿਆ ਤੁਹਾਡੇ ਨਾਲ। ਪਰ ਜਿਹੜਾ ਆਹ ਸਿਸਟਮ ਆ ਨਾ, ਇੱਕ ਕੰਪਲੇਂਟ ਨੂੰ ਇੱਕ ਇਸ ਤਰੀਕੇ ਵੀ ਯੂਜ਼ ਕਰਨ ਵਾਲੀ ਬਹੁਤ ਦੁਨੀਆ ਜਿਹੜੀ ਇੱਕ ਤਰ੍ਹਾਂ ਦਾ ਡਰਾਵਾ ਦੇ ਕੇ ਚੱਲੀ ਹੋਈ ਹੈ, ਇਸ ਚੀਜ਼ ਦਾ ਲੁੱਟਣ ਦਾ ਇੱਕ ਹਥਿਆਰ ਬਣਾ ਕੇ ਚੱਲੀ ਹੋਈ ਆ।
ਮੇਰੇ ਹਿਸਾਬ ਨਾਲ ਤਾਂ ਇਹ ਇੱਕ ਹਥਿਆਰ ਆ, ਹੋਰ ਕੁਝ ਨਹੀਂ ਸਰ। ਬੜੀ ਹੈਰਾਨੀ ਵਾਲੀ ਗੱਲ ਹੈ। ਉਸ ਤੋਂ ਬਾਅਦ ਇਹਨਾਂ ਦੀ ਘਰਵਾਲੀ ਵੱਲੋਂ ਜਦੋਂ FIR ਦਰਜ ਹੋ ਗਈ, ਐਂਟੀਸਪੇਟਰੀ ਬੇਲ ਲਾਈ ਗਈ ਪਹਿਲਾਂ ਡਿਸਟ੍ਰਿਕਟ ਕੋਰਟ ਦੇ ਵਿੱਚ। ਡਿਸਟ੍ਰਿਕਟ ਕੋਰਟ ਦੇ ਜਿਹੜੇ ਆਰਡਰ ਆਏ ਉਹਨਾਂ ਨੇ ਕਾਫੀ ਕੁਝ ਲਿਖਿਆ, ਲੇਕਿਨ ਇੱਥੇ ਜਿਹੜੀ ਮੇਨ ਗੱਲ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗਾ। Accordingly, instant bail application is held to be without any merit and the same is hereby dismissed. Dismiss ਕਰ ਦਿੱਤੀ ਗਈ। ਉਸ ਤੋਂ ਬਾਅਦ ਜਦੋਂ ਡਿਸਟ੍ਰਿਕਟ ਕੋਰਟ ਤੋਂ ਰਾਹਤ ਨਹੀਂ ਮਿਲੀ ਇਹਨਾਂ ਨੂੰ ਅੱਗ ਲਾਉਣ ਵਾਲੀ ਇਹਨਾਂ ਦੀ ਵਾਈਫ ਨੂੰ, ਤਾਂ ਹਾਈ ਕੋਰਟ ਦਾ ਰੁਖ ਅਖਤਿਆਰ ਕੀਤਾ। ਹਾਈ ਕੋਰਟ ਦੀ ਵੀ ਫਿਰ ਜਿਹੜੇ ਹਾਈ ਕੋਰਟ ਦੇ ਵੀ ਆਰਡਰ ਆਏ ਉਹਨਾਂ ਵਿੱਚ ਸਿੱਧੇ ਤੌਰ 'ਤੇ ਲਿਖਿਆ ਗਿਆ ਹੈ, ਜੇ ਕੈਮਰਾ ਪਰਸਨ ਨੂੰ ਵੀ ਮੈਂ ਕਹਾਂ, ਇਹ ਲਿਖਿਆ ਗਿਆ ਹੈ ਜੀ, ਦ ਐਲੀਗੇਸ਼ਨਸ ਅਗੇਂਸਟ ਦ ਪਟੀਸ਼ਨਰ ਆਰ ਆਫ ਕਾਜ਼ਿੰਗ ਬਰਨ ਇੰਜਰੀਜ਼ ਟੂ ਹਰ ਹਸਬੈਂਡ ਵਿਕਟਿਮ ਬਾਈ ਪੋਰਿੰਗ ਸਮ ਇਨਫਲੇਮੇਬਲ liquid and then putting him on fire and the incident shows that premeditated mind of the petitioner। ਮਤਲਬ ਪਹਿਲਾਂ ਤੋਂ ਹੀ ਦਿਮਾਗ ਵਿੱਚ ਇਹ ਪਲੈਨਿੰਗ ਉਹਨਾਂ ਦੇ ਚੱਲ ਰਹੀ ਸੀ। The version given by the victim is fully supported by the statement of his father Tarlochan Singh which was recorded under section 164 CRPC। The audio CD relied upon by the petitioner cannot be held a conclusive proof at this stage and is a matter of evidence during trial। ਇਹ ਲਾਈਨ ਅਗਲੀ ਬੜੀ ਗੌਰ ਕਰਨ ਵਾਲੀ ਹੈ। ਦੇਰ ਇਜ਼ ਡਿਸਪਿਊਟ ਰਿਗਾਰਡਿੰਗ ਦ ਟਾਈਮ ਆਫ ਰਿਕਾਰਡਿੰਗ ਆਫ ਦ CD ਐਂਡ ਦ ਸੇਮ ਕੈਨ ਬੀ ਵੈਰੀਫਾਈਡ ਓਨਲੀ ਬਾਈ ਕਸਟੋਡੀਅਲ ਇੰਟੈਰੋਗੇਸ਼ਨ ਆਫ ਦ ਪਟੀਸ਼ਨਰ। ਮਤਲਬ ਜਿਹਨੇ ਪਟੀਸ਼ਨ ਪਾਈ ਹੈ ਐਂਟੀਸਪੇਟਰੀ ਬੇਲ ਦੀ, ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਦੇ ਵਿੱਚ ਹੀ ਇਹ ਪਤਾ ਲੱਗ ਸਕੇਗਾ ਕਿ ਇਹ ਤੱਥ ਬੋਲਦੇ ਕੀ ਨੇ। ਅੱਗੇ ਕੀ ਲਿਖਿਆ ਹੈ ਜੀ, ਦੇਅਰਫੋਰ ਇਨ ਵਿਊ ਆਫ ਦ ਸੀਰੀਅਸ ਐਲੀਗੇਸ਼ਨਸ ਐਂਡ ਦ ਮੈਨਰ ਇਨ ਵਿਚ ਦ ਅਟੈਂਪਟ ਇਜ਼ ਮੇਡ, ਮਤਲਬ ਜਿਸ ਤਰੀਕੇ ਦੇ ਨਾਲ ਜਲਾਇਆ ਗਿਆ ਹੈ, ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, I find no ground to grant the anticipatory bail to the petitioner। ਇਹ ਮਾਣਯੋਗ ਹਾਈ ਕੋਰਟ ਕਹਿੰਦਾ ਹੈ। ਉਸ ਤੋਂ ਬਾਅਦ ਜਦੋਂ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਤਾਂ ਫਿਰ ਉਹ ਪਹੁੰਚੇ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਵੀ ਸਿੱਧੇ ਤੌਰ 'ਤੇ ਲਿਖਿਆ ਜੀ, we are not inclined to interfere with the impunged order, the special leave petition is accordingly dismissed। ਸੁਪਰੀਮ ਕੋਰਟ ਨੇ ਵੀ ਫਿਰ ਜੋ ਐਂਟੀਸਪੇਟਰੀ ਬੇਲ ਸੀਗੀ ਉਸ ਨੂੰ ਡਿਸਮਿਸ ਕੀਤਾ, ਪਰ ਹਾਈ ਕੋਰਟ ਨੇ ਸਾਫ਼ ਤੌਰ 'ਤੇ ਕਿਹਾ ਹੈ ਵੀ ਇਹ ਪਲੈਨਿੰਗ ਦੇ ਨਾਲ ਪਹਿਲਾਂ ਹੀ ਮਾਈਂਡਸੈਟ ਬਣਾਇਆ ਹੋਇਆ ਸੀ ਵੀ ਅੱਗ ਲਾਉਣੀ ਹੈ, ਇੰਜ ਇਹ ਵਾਰਦਾਤ ਕਰਨੀ ਹੈ, ਤੇ ਹੁਣ ਤੱਕ ਕੁਝ ਹੋ ਨਹੀਂ ਸਕਿਆ ਹੈ। ਸਾਡੇ ਨਾਲ ਸਤਨਾਮ ਦਾਊਂ ਜੀ ਵੀ ਖੜੇ ਨੇ, ਕਿਉਂਕਿ ਸਾਡੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਵਾਲੇ ਸਤਨਾਮ ਦਾਊਂ ਜੀ ਨੇ। ਦਾਊਂ ਸਾਹਿਬ, ਤਿੰਨੋਂ ਜਗ੍ਹਾ ਤੋਂ, ਡਿਸਟ੍ਰਿਕਟ ਕੋਰਟ ਤੋਂ ਵੀ, ਹਾਈ ਕੋਰਟ ਤੋਂ, ਸੁਪਰੀਮ ਕੋਰਟ ਤੋਂ ਐਂਟੀਸਪੇਟਰੀ ਬਿਲ ਜੋ ਹੈ ਡਿਸਮਿਸ ਹੋ ਚੁੱਕੀ ਹੈ, ਪਟੀਸ਼ਨਸ ਡਿਸਮਿਸ ਹੋ ਚੁੱਕੀਆਂ ਨੇ, ਪਰ ਪੁਲਿਸ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕਰ ਸਕੀ? ਦੇਖੋ ਜੀ, ਜਦੋਂ ਸਾਡੇ ਕੋਲ ਇੱਦਾਂ ਦੇ ਪੀੜਿਤ ਲੋਕ ਆਉਂਦੇ, ਕੁੜੀਆਂ ਜ਼ਿਆਦਾ ਨਹੀਂ ਸਾਡੇ ਕੋਲ, ਅਸੀਂ ਮਦਦ ਕਰਦੇ ਹਾਂ। ਇਹ ਮੁੰਡੇ ਵਾਲੇ 2-3 ਹੀ ਕੇਸ ਆਏ ਆ, ਅਸੀਂ ਇੱਕਦਮ ਕਿਸੇ ਦੀ ਮਦਦ ਨਹੀਂ ਕਰਦੇ ਹੁੰਦੇ, ਆਪਣੇ ਲੈਵਲ 'ਤੇ ਇਨਵੈਸਟੀਗੇਸ਼ਨ ਕਰਦੇ ਹਾਂ, ਹਿਊਮਨ ਸਾਈਕੋਲੋਜੀ ਸਮਝਦੇ ਹਾਂ। ਤੇ ਆਮ ਸਾਡੇ ਪੰਜਾਬ 'ਚ ਇੱਦਾਂ ਨਹੀਂ ਹੋਇਆ ਕਿ ਕੁੜੀ ਸ਼ਰਾਬ ਪੀਂਦੀ ਹੋਵੇ, ਨਸ਼ੇ ਕਰਦੀ ਹੋਵੇ ਤੇ ਸ਼ਰਾਬ ਛੁਪਾ ਲੈਂਦੀ ਹੋਵੇ ਤੇ ਵਿਆਹ ਤੋਂ ਦੂਜੇ ਤੀਜੇ ਦਿਨ ਜਿਹੜਾ ਘਰ ਨੂੰ ਪੇਂਟ ਕਰਾਇਆ ਉਹਦਾ ਸਪਰਿਟ ਰੱਖ ਲੈਂਦੀ ਹੋਵੇ। ਇਹ ਬੜੀ ਪਲੈਨਿੰਗ ਨਾਲ ਹੀ ਹੁੰਦਾ। ਤੇ ਜ਼ਿਆਦਾਤਰ ਮੈਂ ਦੇਖਿਆ ਵੀ ਇੱਦਾਂ ਦੇ ਕੇਸਾਂ 'ਚ ਸ਼ਕਲ ਸੂਰਤ ਸੋਹਣੀ ਹੋਵੇ ਤੇ ਇਨਵੈਸਟੀਗੇਸ਼ਨ ਨਾ ਕੀਤੀ ਜਾਵੇ ਵਿਆਹ ਤੋਂ ਪਹਿਲੇ, ਤਾਂ ਕੁੜੀਆਂ ਦੇ ਹੋਰ ਪਾਸੇ ਕਿਤੇ ਨਾ ਕਿਤੇ ਚੱਕਰ ਹੁੰਦੇ ਆ ਤੇ ਵੱਡੇ ਲੋਕਾਂ ਨਾਲ ਵੀ ਚੱਕਰ ਹੁੰਦੇ ਆ। ਮੈਨੂੰ ਪਤਾ ਲੱਗਾ ਕੁੜੀ ਦਾ ਪਰਿਵਾਰ ਤਾਂ ਨੋਰਮਲ ਹੀ ਆ, ਪਰ ਜਿਸ ਤਰੀਕੇ ਦੀ ਹਿੰਮਤ ਹੈ ਕੁੜੀ 'ਚ ਕਿ ਇਹ ਸ਼ਰੀਫ ਜਿਹਾ ਪਰਿਵਾਰ, ਨਾ ਸ਼ਰਾਬ ਪੀਂਦਾ, ਨਾ ਕੋਈ ਨਸ਼ਾ ਕਰਦਾ। ਸ਼ਰਾਬ ਦੀ ਜਿਹੜੀ ਇੱਕ ਅੱਧੀ ਪੇਟੀ ਬਚੀ ਹੋਈ ਸੀ ਵਿਆਹ ਦੇ ਵਿੱਚ, ਇਹਨੇ ਚੱਲ ਮੰਗਵਾ ਲਈ, ਆਪ ਨਹੀਂ ਪੀਂਦੇ, ਨਾ ਫਾਦਰ ਸਾਹਿਬ ਨਾ ਮੁੰਡਾ, ਉਹ ਘਰੇ ਪਈ ਸੀ ਇਹਦੇ ਗੋਦਾਮ ਦੇ ਵਿੱਚ, ਸਮਝ ਲਓ ਸਟੋਰ ਰੂਮ 'ਚ, ਉੱਥੇ ਚੱਕ ਕੇ ਕੁੜੀ ਨੇ ਲੁਕੋ ਲਈ। ਇਸ ਤੋਂ ਫਿਰ ਨਾਲ ਸਪਰਿਟ ਦੀ ਬੋਤਲ ਵੀ ਲੁਕੋ ਲਈ। ਫਿਰ ਉਹ ਜਦੋਂ ਜਾਂਦੀ ਹੈ ਆਪਣੇ ਪੇਕੇ, ਉੱਥੇ ਕਿਤੇ ਕਿਤੇ ਘੁੰਮਦੀ ਹੈ, ਕੀ ਕਰਕੇ ਆਉਂਦੀ ਹੈ, ਤਾਂ ਸ਼ਰੀਫ ਜਿਹਾ ਵਿਚਾਰਾ ਬੈਠਾ ਰਹਿੰਦਾ ਸਹੁਰੇ ਪਰਿਵਾਰ 'ਚ। ਉਹ ਸਾਰੀਆਂ ਗੱਲਾਂ ਤੋਂ ਇਹ ਸਮਝ ਹੁੰਦੀ ਹੈ ਵੀ ਕੁੜੀ ਵੈਲ ਪਲਾਨ ਤਰੀਕੇ ਨਾਲ ਕੁਛ ਨਾ ਕੋਈ ਗੜਬੜ ਕਰਦੀ ਸੀ, ਤੇ ਉਹਦੇ ਕਰੈਕਟਰ 'ਤੇ ਵੀ ਇਲਜ਼ਾਮ ਲਗਾਏ ਜਾ ਸਕਦੇ ਆ, ਕਿਉਂਕਿ ਹਲੇ ਆਪਣੇ ਪੰਜਾਬ 'ਚ ਇੰਨੀ ਖੁੱਲ੍ਹ ਨਹੀਂ ਹੈ ਵੀ ਕੁੜੀਆਂ ਇਸ ਤਰ੍ਹਾਂ ਦਾ ਕੁਛ ਕਰਨਾ। ਉਹ ਸਾਰੀ ਗੱਲਬਾਤ ਜਦੋਂ ਸ਼ਰਾਬ ਪੀਂਦੀ ਸੀ, ਤੁਸੀਂ ਪਿਛਲੀ ਵੀਡੀਓ ਜਦੋਂ ਆਪਾਂ ਜਨਵਰੀ 'ਚ ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਸ਼ਰਾਬ ਪੀਂਦੀ ਦੀ ਵੀਡੀਓ ਵੀ ਦਿਖਾਈ। ਉਹਦੇ ਜਿਹੜੇ ਬਾਡੀ ਲੈਂਗੁਏਜ ਸ਼ਰਾਬ ਪੀਣ ਦੇ, ਉਸ ਤੋਂ ਪਤਾ ਲੱਗਦਾ ਸ਼ਰੀਫ ਕੁੜੀਆਂ ਵਾਲੀ ਬਾਡੀ ਲੈਂਗੁਏਜ ਹੈ ਨਹੀਂ ਸ਼ਰਾਬ ਪੀਣ। ਇਹ ਵੀ ਨਹੀਂ ਲੱਗਦਾ ਸੀਗਾ ਕਿ ਪਹਿਲੀ ਵਾਰ ਸ਼ਰਾਬ ਪੀ ਰਹੀ ਹੋਵੇ। ਹਾਂਜੀ, ਉਹ ਜਿਹੜੀ ਉਹਦੀ ਬਾਡੀ ਲੈਂਗੁਏਜ ਤੋਂ ਲੱਗਦਾ ਹਾਂਡੀ ਵਰਤੀ ਨਸ਼ੇੜੀ ਹੈ, ਰੈਗੂਲਰ ਪਾਰਟੀਆਂ ਸ਼ਰਾਬ ਪੀਂਦੀ ਹੈ, ਤੇ ਉਸ ਤਰੀਕੇ ਨਾਲ ਸ਼ਰਾਬ ਪੀਣ ਦੇ ਜਿਹੜੇ ਬਾਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਬੜੀ ਹਾਂਡੀ ਵਰਤੀ ਸੀ। ਤੇ ਜਦੋਂ ਫਿਰ ਮੁੰਡੇ ਨੂੰ ਲੱਗਿਆ ਵੀ ਰੋਜ਼ ਸ਼ਰਾਬ ਪੀਂਦੀ ਹੈ, ਹੁਣ ਆਮ ਪਰਿਵਾਰ ਜਾਂ ਮੁੰਡੇ ਦੇ ਪਰਿਵਾਰ ਵਾਲਾ ਵਿਸ਼ਵਾਸ ਹੀ ਨਹੀਂ ਕਰ ਸਕਦਾ ਸ਼ਰਾਬ ਪੀਂਦੀ, ਫਿਰ ਇਹਨੇ ਕਿਸੇ ਦੇ ਵੀਡੀਓ ਬਣਾ ਲਈ। ਜਦੋਂ ਵੀਡੀਓ ਬਣਾ ਲਈ, ਇਹਨੇ ਕਿਹਾ ਵੀ ਮੈਂ ਤੇਰੇ ਘਰਦਿਆਂ ਨੂੰ ਦਿਖਾ ਦਾਂਗਾ। ਉਹਨੂੰ ਲੱਗਦਾ ਸੀ ਮੁੰਡੇ ਨੂੰ ਕਿ ਇਹਦੀ ਮਾਂ ਬਾਪ ਨੂੰ ਨਹੀਂ ਪਤਾ ਹੋਣਾ ਸ਼ਰਾਬ ਪੀਣ ਦਾ। ਉਹਨੇ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਤੇਰੀ ਫੈਮਿਲੀ ਨੂੰ ਦੱਸ ਦਾਂਗਾ। ਉਸ ਤੋਂ ਤੈਸ਼ 'ਚ ਆ ਕੇ, ਗੁੱਸੇ 'ਚ ਆ ਕੇ ਕੁੜੀ ਨੇ ਆਪਣੇ ਪਿੱਛੇ ਪੇਕੇ ਪਰਿਵਾਰ ਨਾਲ ਗੱਲਬਾਤ ਕੀਤੀ। ਉਸ ਤੋਂ ਪੇਕੇ ਪਰਿਵਾਰ ਨਾਲ ਗੱਲਬਾਤ ਕਰਕੇ ਗਿਣੀ ਮਿੱਥੀ ਸਾਜ਼ਿਸ਼ ਨਾਲ
ਇਹਨੂੰ ਫੂਕਣ ਦੀ ਕੋਸ਼ਿਸ਼ ਕੀਤੀ ਗਈ। ਮਤਲਬ ਪੇਕੇ ਪਰਿਵਾਰ ਨੂੰ ਪਹਿਲਾਂ ਪਤਾ ਸੀ ਸਾਡੀ ਧੀ ਸ਼ਰਾਬ ਪੀਂਦੀ ਹੈ ਜਾਂ ਉਹਦੇ ਵਿੱਚ ਕੀ ਕੁਝ ਔਗੁਣ ਨੇ? ਮੈਂ ਤਾਂ ਇਹ ਸਮਝਦਾ ਕਿ ਜਿਹੜਾ ਜਾਲ ਬਣਾਇਆ ਗਿਆ ਇਸ ਮੁੰਡੇ ਨਾਲ ਵਿਆਹ ਕਰਾਉਣ ਵਾਸਤੇ, ਇੰਸਟਾਗ੍ਰਾਮ ਤੇ ਖਾਂਦੇ ਪੀਂਦੇ ਘਰ ਦਾ ਪੜ੍ਹਿਆ ਲਿਖਿਆ ਸਰਕਾਰੀ ਨੌਕਰੀ ਵਾਲਾ ਮੁੰਡਾ ਲੱਭਿਆ ਗਿਆ। ਫਿਰ ਮੁੰਡੇ ਨਾਲ ਚੈਟ ਕਰਕੇ ਪੁੱਛਿਆ ਗਿਆ ਇਹਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ। ਫਿਰ ਉੱਦਾਂ ਦੀ ਕੁੜੀ ਬਣ ਕੇ ਦਿਖਾ ਕੇ ਡਰਾਮਾ ਕੀਤਾ ਗਿਆ। ਮੁੰਡੇ ਨੂੰ ਪੁੱਛਿਆ ਗਿਆ ਵੀ ਤੂੰ ਦਹੇਜ ਦਾ ਲਾਲਚੀ ਤਾਂ ਨਹੀਂ, ਮੇਰੇ ਘਰ ਦੇ ਗਰੀਬ ਹੈ, ਮੇਰਾ ਭਰਾ ਇਹ ਕਰਦਾ, ਮੇਰੇ ਬਾਪ ਇਹ ਕਰਦਾ, 7000 ਦੀ ਨੌਕਰੀ ਕਰਦਾ, ਮੇਰਾ ਘਰ ਟੁੱਟਿਆ ਫੁੱਟਿਆ ਹੈਗਾ, ਮੇਰੇ ਕੋਲ ਪੈਸੇ ਹੈ ਨਹੀਂ, ਵਿਚਾਰੀ ਤੇ ਗਰੀਬ ਬਣ ਕੇ ਜਾਣਬੁੱਝ ਕੇ ਪੇਸ਼ ਕੀਤਾ ਗਿਆ। ਉਹ ਪੇਸ਼ ਕਰਕੇ ਇਹਨਾਂ ਦੀ ਭਾਵਨਾਵਾਂ ਨਾਲ ਖੇਡ ਕੇ ਵਿਆਹ ਕਰਾਇਆ ਗਿਆ। ਤੇ ਜ਼ਿਆਦਾਤਰ ਮੈਂ ਦੇਖਿਆ 2-3 ਕੇਸ ਤੁਸੀਂ ਪਹਿਲੇ ਵੀ ਦੇਖੇ ਆ, ਐਦਾਂ ਦੀਆਂ ਕੁੜੀਆਂ ਸਿਰਫ ਚੰਗੇ ਘਰਾਂ ਦੇ ਮੁੰਡਿਆਂ ਨੂੰ ਫਸਾਉਂਦੀਆਂ ਤੇ ਬਾਅਦ 'ਚ ਫਿਰ ਪੈਸੇ ਲੁੱਟਣ ਵਾਸਤੇ ਕਿਸੇ ਨਾ ਕਿਸੇ ਕੇਸ ਫਸਾ ਦਿੰਦੀਆਂ। ਜ਼ਿਆਦਾਤਰ ਤਾਂ ਦਾਜ ਦੇ ਕੇਸਾਂ ਫਸਾਇਆ ਜਾਂਦਾ, ਪਰ ਇਹਦੇ ਵਿੱਚ ਗੱਲ ਅੱਗੇ ਨਿਕਲ ਗਈ। ਸ਼ਰਾਬ ਪੀਣ ਦੀ ਵੀਡੀਓ ਆ ਗਈ ਤੇ ਕੁੜੀ ਨੇ ਇਹਨੂੰ ਸਬਕ ਸਿਖਾਉਣ ਦੇ ਤਰੀਕੇ ਨਾਲ ਆਪਣੇ ਪਿੱਛੇ ਵਾਲਿਆਂ ਨੇ ਸਲਾਹ ਕਰਕੇ ਇਹਦੇ ਤੇ ਅੱਗ ਲਗਾ ਕੇ ਫੂਕਿਆ। ਔਰ ਇੱਕ ਗੱਲ ਹੋਰ ਪਤਾ ਲੱਗ ਰਹੀ ਹੈ, ਸ਼ਰੀਫ ਘਰ ਦੀ ਕੁੜੀ ਜਿਹਦੇ ਪਰਿਵਾਰ ਦੇ ਫਾਦਰ 7000 ਰੁਪਏ ਮਹੀਨਾ ਕਮਾਉਂਦੇ ਹੋਣ, ਉਹ ਐਂਟੀਸਪੇਟਰੀ ਬੇਲ ਸੈਸ਼ਨ ਕੋਰਟ, ਮੇਰੇ ਵਰਗੇ ਨੂੰ ਪਤਾ ਸੁਪਰੀਮ ਕੋਰਟ ਕਿਵੇਂ ਜਾਣਾ, ਫਿਰ ਹਾਈ ਕੋਰਟ, ਫਿਰ ਸੁਪਰੀਮ ਕੋਰਟ। ਜਦੋਂ ਸੁਪਰੀਮ ਕੋਰਟ ਡਿਸਮਿਸ ਕਰ ਦਿੰਦਾ ਤਾਂ ਕਿੱਡੇ ਵੱਡੇ ਪੋਲੀਟੀਕਲ ਲਿੰਕ ਹੈ ਕੁੜੀ ਦੇ। ਮੈਨੂੰ ਉਹ ਬੰਦੇ ਦਾ ਨਾਮ ਪਤਾ, ਲੀਡਰ ਦਾ, ਮੈਂ ਕੈਮਰੇ ਸਾਹਮਣੇ ਨਹੀਂ ਬੋਲਾਂਗਾ। ਜਦੋਂ ਹੁਣ ਨਾ ਕੰਮ ਹੋਇਆ, ਨੈਕਸਟ ਟਾਈਮ ਉਸ IPS ਅਫਸਰ ਦਾ ਨਾਮ ਲਵਾਂਗੇ ਜਿਹੜਾ ਇਹਨੂੰ ਬਚਾ ਰਿਹਾ ਕੁੜੀ ਨੂੰ, ਉਸ ਪੋਲੀਟੀਕਲ ਬੰਦੇ ਦਾ ਮੈਂ ਨਾਮ ਲਵਾਂਗਾ, ਬਕਾਇਦਾ ਫੋਟੋਆਂ ਦੇ ਸਬੂਤ ਵੀ ਦੇਵਾਂਗਾ। ਤਾਂ ਕੁੜੀ ਉਸ ਆਪਣੇ ਇੱਕ ਆਕਾ ਜਿਹੜਾ ਹੈਗਾ ਪੋਲੀਟੀਕਲ ਬੰਦਾ, ਉਹਦੇ ਤੱਕ ਅਪਰੋਚ ਕਰਦੀ ਹੈ। ਵੱਡੇ ਘਰ ਦਾ, ਪਟਿਆਲੇ ਦੇ ਵੱਡੇ ਘਰਾਣਾ ਉਹਦੇ ਨਾਲ ਲਿੰਕ ਹੈ ਤੇ ਉਹ ਕਿਸੇ IPS ਅਫਸਰ ਨਾਲ DGP ਆਫਿਸ ਦੇ ਵਿੱਚ ਲਿੰਕ ਕਰਦੇ ਆ ਤੇ ਇਸੇ ਕਰਕੇ ਅੱਜ ਤੱਕ ਕੁੜੀ ਦੀ ਅਰੈਸਟ ਨਹੀਂ ਹੋਈ। ਔਰ ਮੈਂ ਇੱਕ ਗੱਲ ਹੋਰ ਦੱਸਾਂ, ਫਲੋਰ ਪੁਲਿਸ ਇੰਨੇ ਵਧੀਆ ਬੰਦੇ ਆ ਫਲੋਰ ਪੁਲਿਸ, ਜਿਹੜਾ IO ਹੈ ਉਹਦੇ ਨਾਲ ਜਿਹੜੀ ਗੱਲਬਾਤ ਕੀਤੀ ਉਹ ਬੰਦਾ ਬੜਾ ਵਧੀਆ ਹੈ। IO ਕੰਮ ਕਰਨਾ ਚਾਹੁੰਦਾ। ਤੇ ਫਿਰ ਜਦੋਂ ਇਨਵੈਸਟੀਗੇਸ਼ਨ ਦੇ ਵਿੱਚ ਦੌਰਾਨ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲਾਸਟ ਟਾਈਮ ਤੁਸੀਂ ਦੇਖਿਆ ਸੀ SP ਮੈਡਮ ਮਨਜੀਤ ਕੌਰ, ਉਹਨੇ ਕਿਹਾ ਕਿ ਮੈਂ ਤਾਂ 6 ਜਨਵਰੀ ਨੂੰ ਕੰਪਲੀਟ ਕਰਕੇ ਇਨਕੁਆਇਰੀ ਭੇਜਤੀ ਹੈ, ਸਿਫਾਰਿਸ਼ ਕੀਤੀ ਹੈ, ਅਰੈਸਟ ਕਰੋ। ਜਦੋਂ SP ਮੈਡਮ ਨੇ ਇਨਕੁਆਇਰੀ ਕਰ ਲਈ ਬਾਅਦ ਦੇ ਵਿੱਚ, FIR ਦਰਜ ਹੋਣ ਤੋਂ 6 ਮਹੀਨੇ ਬਾਅਦ, IO ਬਹੁਤ ਵਧੀਆ ਤਰੀਕੇ ਨਾਲ ਕਰਦਾ। ਕਾਲੀਆਂ ਭੇਡਾਂ ਬਹੁਤ ਆ ਪੁਲਿਸ ਦੇ ਵਿੱਚ, ਪਰ ਸ਼ਰੀਫ ਬੰਦੇ ਵੀ ਹੁੰਦੇ ਜਿਹੜੇ ਕਾਨੂੰਨ ਦੇ ਮੁਤਾਬਕ ਕੰਮ ਕਰਦੇ ਆ। SP ਮਨਜੀਤ ਕੌਰ ਤੇ IO ਜਿਹੜੇ ਸੀਗੇ, ਮੈਂ ਨਾਮ ਪਰਮਜੀਤ ਸਿੰਘ, ਉਹਨਾਂ ਨੇ ਬੜਾ ਵਧੀਆ ਕੰਮ ਕੀਤਾ। ਇਹਦਾ ਮਤਲਬ ਕੀ ਆ, ਜਿਹੜਾ ਉੱਪਰੋਂ ਦਬਾਅ ਹੈ ਕਿਸੇ ਪੋਲੀਟੀਕਲ ਬੰਦੇ ਦਾ ਤੇ IP ਅਫਸਰ ਬੈਠਾ ਮਾਹੌਲ ਚੰਡੀਗੜ੍ਹ ਦੇ ਵਿੱਚ DGP ਆਫਿਸ 'ਚ, ਉਹ ਦਬਾ ਰਿਹਾ ਇਸ ਕੇਸ ਨੂੰ ਅਰੈਸਟ ਕਰਨ ਵਾਸਤੇ ਕਿ ਮੈਂ ਅਰੈਸਟ ਨਹੀਂ ਹੋਣ ਦੇਣਾ। ਹੁਣ ਇਹ ਦੇਖੋ ਪੰਜਾਬ ਪੁਲਿਸ ਦਾ ਹਾਲ, ਕਿ ਕੀ ਪੰਜਾਬ ਪੁਲਿਸ ਦਾ ਇੱਕ IPS ਅਫਸਰ ਸੁਪਰੀਮ ਕੋਰਟ ਤੋਂ ਵੀ ਵੱਡਾ ਹੋ ਗਿਆ। ਜਿਹੜੀਆਂ ਗੱਲਾਂ ਉਹਨੇ IPS ਅਫਸਰ ਨੂੰ ਕੁੜੀ ਨੇ ਦੱਸੀਆਂ ਤੇ ਪੁਲਿਸ ਨੇ ਦੱਸੀਆਂ, ਇਹਨਾਂ ਦੀ ਫਾਈਲ ਦੇ ਵਿੱਚ ਹੈਗੀਆਂ, ਉਹ ਸਾਰੀਆਂ ਸੁਪਰੀਮ ਕੋਰਟ ਨੂੰ ਵੀ ਦੱਸੀਆਂ ਗਈਆਂ, ਹਾਈ ਕੋਰਟ ਨੂੰ ਵੀ ਦੱਸੀਆਂ ਗਈਆਂ ਤੇ ਉਹ ਸਾਰੇ ਸਬੂਤ ਦੇ ਕੇ ਹਾਈ ਕੋਰਟ ਕਹਿ ਰਿਹਾ ਗਿਣੀ ਮਿੱਥੀ ਸਾਜ਼ਿਸ਼ ਨਾਲ ਅੱਗ ਲਗਾ ਕੇ ਫੂਕਿਆ ਗਿਆ। ਫਿਰ ਉਹ IPS ਅਫਸਰ ਕੀ ਕਰਨ ਜਾ ਰਿਹਾ, ਕੀ ਕਰ ਰਿਹਾ? ਉਹ ਸਿੱਧੀ ਨੀਤ ਹੈ, 1 ਸਾਲ ਤੋਂ ਜ਼ਿਆਦਾ ਹੋ ਗਿਆ FIR ਦਰਜ ਕਰਨ ਨੂੰ। ਇਹਨਾਂ ਨੂੰ ਦਬਾਇਆ ਜਾ ਰਿਹਾ, ਇਹਨਾਂ ਨੂੰ ਝੂਠੇ ਕਿਸਾਂ ਫਸਾਉਣ ਦੇ ਦਬਕੇ ਆ ਰਹੇ ਆ, ਇਹਨੂੰ ਬਾਹਰਲੇ ਦੇਸ਼ਾਂ ਤੋਂ WhatsApp ਕਾਲਾਂ ਆ ਰਹੀਆਂ, ਉਦੋਂ ਕੁਛ ਨਾ ਕੋਈ ਚੈਟ ਇਹਦੀ ਸਾਰੀ ਆਪਣੇ ਕੋਲ ਹੈਗੀ ਆ। ਇਹ ਸਾਰੀ ਪੁਲਿਸ ਦੇ ਉਸ ਅਫਸਰ ਦੀ, IPS ਅਫਸਰ ਦੀ ਪਲੈਨਿੰਗ ਹੈ ਕਿ ਇਹਨਾਂ ਨੂੰ ਕੇਸ ਤੋਂ ਹਟਾਉਣ ਵਾਸਤੇ ਪਿੱਛੇ ਝੂਠੇ ਕੇਸਾਂ ਦਾ ਡਰਾਵਾ ਕਿਵੇਂ ਦਿੱਤਾ ਜਾਵੇ, ਗੁੰਡਿਆਂ ਦਾ ਡਰਾਵਾ ਕਿਵੇਂ ਦਿੱਤਾ ਜਾਵੇ ਤੇ ਕੇਸ ਨੂੰ ਲਟਕਾਇਆ ਕਿਵੇਂ ਜਾਵੇ ਤਾਂ ਕਿ ਇਹ ਇਸ ਕੇਸ ਦੀ ਪੈਰਵਾਈ ਤੋਂ ਪਿੱਛੇ ਹਟ ਜਾਣਾ। ਜੇ ਮੈਂ ਕਹਿੰਦਾ ਪੁਲਿਸ ਦੀ ਇੱਕ ਵੱਡੀ ਕਾਲੀ ਭੇਡ, ਨੈਕਸਟ ਟਾਈਮ ਉਹਦਾ ਮੈਂ ਬਕਾਇਦਾ ਨਾਮ ਲਵਾਂਗਾ ਮੀਡੀਆ ਦੇ ਵਿੱਚ, ਔਰ ਉਸ ਅਫਸਰ ਦਾ ਵੀ ਨਾਮ ਲਵਾਂਗਾ ਜਿਹੜਾ ਇਹਨੂੰ ਬਚਾ ਰਿਹਾ, ਔਰ ਉਸ ਪੋਲੀਟੀਕਲ ਲੀਡਰ ਦਾ ਵੀ ਨਾਮ ਲਵਾਂਗੇ ਜਿਹੜਾ ਇਹਨੂੰ ਬਚਾ ਰਿਹਾ, ਵਿਦ ਸਬੂਤ ਦੇਵਾਂਗੇ। ਤੇ ਮੇਰੀ ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਦਿਖਾਓ ਇਹ ਕੇਸ, ਇਸ ਪਰਿਵਾਰ ਨਾਲ ਧੱਕਾ ਹੋ ਰਿਹਾ। 307 ਦਾ ਹੀ ਪਰਚਾ ਦਰਜ ਹੋਇਆ, 302 ਦਾ ਹੋ ਜਾਣਾ ਸੀ ਜੇ ਮੁੰਡੇ ਨੂੰ ਨਾ ਬਚਾਉਂਦੇ। ਮੁੰਡਾ ਬਚ ਗਿਆ, ਇੰਨਾ ਸ਼ੁਕਰ ਹੈ। ਤੇ ਜੇ ਤੁਸੀਂ ਅਰੈਸਟ ਕਰੋ, ਸਬਕ ਸਿਖਾਓ ਤਾਂ ਅੱਗੇ ਹੋਰ ਘਰ ਇੱਦਾਂ ਲੁੱਟਣ ਤੋਂ ਬਚ ਜਾਣਗੇ, ਮਰਨ ਤੋਂ ਬਚ ਜਾਣਗੇ। ਜੇ ਤੁਸੀਂ ਇੱਦਾਂ ਹੀ ਕ੍ਰਿਮੀਨਲ ਲੋਕਾਂ ਨੂੰ ਬਚਾਉਣਾ ਤਾਂ ਫਿਰ ਇਹ ਬਾਬੇ ਆਦਮ ਦੇ ਜ਼ਮਾਨੇ 'ਚ ਪੰਜਾਬ ਪੁਲਿਸ ਸਾਡੇ ਪੰਜਾਬ ਨੂੰ ਨਾਲ ਲੈ ਕੇ ਜਾਏ। ਬਿਲਕੁਲ, ਕਿਉਂਕਿ ਜਿਹੜੇ ਪੁਲਿਸ ਅਧਿਕਾਰੀ ਚਾਹੇ ਛੋਟੇ ਨੇ ਚਾਹੇ ਵੱਡੇ ਨੇ, ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਨੇ। ਚੰਡੀਗੜ੍ਹ ਜਾਂ ਮੋਹਾਲੀ ਦੇ ਵਿੱਚ ਬੈਠੇ ਵੱਡੇ ਜਿਹੜੇ ਅਧਿਕਾਰੀ ਨੇ, IPS ਰੈਂਕ ਦੇ ਅਫਸਰ ਨੇ, ਜੇ ਉਹ ਦਬਾਅ ਪਾ ਕੇ ਇਨਕੁਆਇਰੀ ਨਹੀਂ ਹੋਣ ਦੇ ਰਹੇ ਤਾਂ ਫਿਰ ਸਵਾਲ ਉੱਠਣੇ ਲਾਜ਼ਮੀ ਨੇ। ਇਹ ਅਖਬਾਰ ਦੀ ਕਟਿੰਗ ਹੈ ਜੀ। ਅਖਬਾਰ ਦੇ ਵਿੱਚ ਜਦੋਂ ਜਨਵਰੀ ਮਹੀਨੇ, ਇਹ 19 ਜਨਵਰੀ ਦੀ ਇਹ ਅਖਬਾਰ ਦੀ ਕਟਿੰਗ ਹੈ ਜੀ। ਇਹ ਤੁਸੀਂ ਜਿਹੜਾ ਮਾਰ ਕੀਤਾ ਦੇਖ ਸਕਦੇ ਹੋ। ਇਹਦੇ ਵਿੱਚ ਇੱਕ ਵਰਜ਼ਨ ਛਪਿਆ ਹੈ SP ਮੈਡਮ ਦਾ। ਇਸ ਸੰਬੰਧੀ ਸੰਪਰਕ ਕਰਨ ਉੱਤੇ ਫਿਲੌਰ ਦੀ SP ਮਨਜੀਤ ਕੌਰ ਨੇ ਕਿਹਾ ਕਿ ਕੁੜੀ ਦਾ ਨਾਮ ਹੈ ਜੀ, ਵੱਲੋਂ ਇਸ ਮਾਮਲੇ ਵਿੱਚ ਖੁਦ ਨੂੰ ਬੇਕਸੂਰ ਦੱਸਦਿਆਂ DGP ਪੰਜਾਬ ਨੂੰ ਅਰਜ਼ੀ ਦਿੱਤੀ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ DGP ਪੰਜਾਬ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਗਏ ਸਨ ਕਿ ਕਿਸ ਕਾਰਨ
ਕੁੜੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਇਸ ਦੀ ਰਿਪੋਰਟ ਬੀਤੀ 6 ਜਨਵਰੀ ਨੂੰ ਯਾਨੀ ਕਿ 6 ਜਨਵਰੀ 2021 ਨੂੰ SSP ਜਲੰਧਰ ਨੂੰ ਭੇਜੀ ਜਾ ਚੁੱਕੀ ਹੈ, ਜਿਸ ਵਿੱਚ ਮਾਮਲੇ ਨੂੰ ਜਾਇਜ਼ ਦੱਸਦਿਆਂ ਕੁੜੀ ਨੂੰ ਗ੍ਰਿਫਤਾਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ DGP ਵੱਲੋਂ ਹੁਕਮ ਮਿਲਣ ਤੇ ਇਸ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਦੁਬਾਰਾ ਵੀ ਜਾਂਚ ਹੋਈ ਹੈ। ਹਿੰਦੀ ਅਖਬਾਰ ਵਿੱਚ ਵੀ ਇਹ ਗੱਲ ਛਪੀ ਹੈ ਕਿ ਵੀ DGP ਆਫਿਸ ਜਦੋਂ ਉਹਨਾਂ ਵੱਲੋਂ ਅਰਜ਼ੀ ਦਿੱਤੀ ਗਈ ਉਸ ਮਹਿਲਾ ਵੱਲੋਂ ਕਿ ਮੈਂ ਬੇਕਸੂਰ ਹਾਂ, ਤੇ ਉਸ ਤੋਂ ਬਾਅਦ ਇਸ ਮਾਮਲੇ ਤੇ ਦੁਬਾਰਾ ਜਾਂਚ ਚੱਲੀ, ਦੁਬਾਰਾ ਜਾਂਚ ਕੀਤੀ ਗਈ। 6 ਜਨਵਰੀ 2021 ਨੂੰ ਰਿਪੋਰਟ ਦਿੱਤੀ ਗਈ ਜਲੰਧਰ SSP ਨੂੰ, ਤੇ ਉਹਦੇ ਵਿੱਚ ਮਾਮਲੇ ਨੂੰ ਜਾਇਜ਼ ਦੱਸਦਿਆਂ ਜਿਹੜੀ ਆਰੋਪੀ ਜਿਹੜੀ ਕੁੜੀ ਹੈ ਉਸ ਨੂੰ ਗ੍ਰਿਫਤਾਰ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਪਰ ਹੁਣ ਤੱਕ ਮਈ ਮਹੀਨਾ ਆ ਚੁੱਕਿਆ ਹੈ, ਹੁਣ ਤੱਕ ਉਹ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਦਾ ਕਾਰਨ ਕੀ ਹੈ ਕਿ ਵਾਕਈ ਕੁਝ ਕਾਲੀਆਂ ਭੇਡਾਂ ਨੇ, ਚਾਹੇ ਉਹ ਹੇਠਲੇ ਪੱਧਰ 'ਤੇ ਨੇ ਚਾਹੇ ਉਤਲੇ ਪੱਧਰ 'ਤੇ ਨੇ, ਉਹ ਅਜਿਹੇ ਲੋਕਾਂ ਨੂੰ ਬਚਾ ਰਹੀਆਂ ਨੇ। ਜਿਵੇਂ ਮੈਂ ਸ਼ੁਰੂਆਤ ਕੀਤੀ ਸੀ ਕਿ 52% ਜੋ ਮਰਦ ਨੇ ਉਹ ਸ਼ਿਕਾਰ ਹੁੰਦੇ ਨੇ ਡੋਮੈਸਟਿਕ ਵਾਇਲੈਂਸ ਦਾ, ਪਰ ਸਾਹਮਣੇ ਬਹੁਤ ਘੱਟ ਆਉਂਦੇ ਨੇ। ਉਹਨਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਨੇ। ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਮੁੰਡੇ ਕੁੜੀਆਂ ਬਰਾਬਰ ਨੇ, ਕੁੜੀਆਂ ਦੀ ਸੁਰੱਖਿਆ ਦੇ ਲਈ ਕਈ ਕਾਨੂੰਨ ਬਣੇ ਵੀ ਨੇ, ਪਰ ਉਹ ਕਾਨੂੰਨ ਜਿਹੜੇ ਨੇ ਉਹਨਾਂ ਦੀ ਵਰਤੋਂ ਤੋਂ ਜ਼ਿਆਦਾ ਕਈ ਵਾਰ ਦੁਰਵਰਤੋਂ ਵੀ ਹੁੰਦੀ ਹੈ। ਕੁੜੀਆਂ ਲਈ ਵੂਮਨ ਕਮਿਸ਼ਨ ਵੀ ਬਣਿਆ ਹੈ, ਪਰ ਜੇ ਮੁੰਡਿਆਂ ਦੇ ਨਾਲ ਬਰਾਬਰੀ ਕਰਨੀ ਹੈ ਫਿਰ ਮੁੰਡਿਆਂ ਲਈ ਕੋਈ ਮੈਨ ਕਮਿਸ਼ਨ ਕਿਉਂ ਨਹੀਂ ਬਣਾਇਆ ਗਿਆ? ਮੁੰਡੇ ਜਿਹੜਾ ਹੈ ਆਪਣਾ ਦੁੱਖ ਲੈ ਕੇ ਜਾਣ ਕਿੱਥੇ? ਜਦੋਂ ਕੋਈ ਮਾਮਲਾ ਸਾਹਮਣੇ ਵੀ ਆਉਂਦਾ ਹੈ, ਇਹ ਜਿਹੜੇ ਹਾਲਾਤ ਸੀ ਗੁਰਪ੍ਰੀਤ ਸਿੰਘ ਦੇ, ਇਹ ਤਾਂ ਪਰਮਾਤਮਾ ਹੀ ਬਚਾ ਗਿਆ, ਨਹੀਂ ਤਾਂ FIR ਕਰਵਾਉਣ ਦੇ ਲਈ ਮਾਪਿਆਂ ਕੋਲ ਕੁਝ ਰਹਿਣਾ ਨਹੀਂ ਸੀ। ਜਦੋਂ ਜਵਾਨ ਪੁੱਤ ਹੀ ਤੁਰ ਜਾਂਦਾ ਫਿਰ FIR ਤੋਂ ਕੀ ਲੈਣਾ ਸੀ? ਪਰ ਹੁਣ FIR ਹੋਈ ਹੈ। ਸੁਪਰੀਮ ਕੋਰਟ ਕਹਿ ਚੁੱਕੀ ਹੈ ਵੀ ਐਂਟੀਸਪੇਟਰੀ ਬੇਲ ਨਹੀਂ ਬਣਦੀ। ਹਾਈ ਕੋਰਟ ਕਹਿ ਚੁੱਕੀ ਹੈ ਪਹਿਲਾਂ ਹੀ ਵੀ ਇਹ ਗਿਣੀ ਮਿੱਥੀ ਸਾਜ਼ਿਸ਼ ਹੈ, ਪਰ ਪੁਲਿਸ ਵਾਲਿਆਂ ਨੂੰ ਸਾਜ਼ਿਸ਼ ਨਜ਼ਰ ਕਿਉਂ ਨਹੀਂ ਆ ਰਹੀ? ਇਹ ਬੜਾ ਵੱਡਾ ਸਵਾਲ ਹੈ। ਇਹ ਵਿੱਚ ਦਾਲ ਵਿੱਚ ਕਾਲਾ ਹੈ ਕਿ ਸਾਰੀ ਦਾਲ ਕਾਲੀ ਹੈ? ਦੇਖਣਾ ਵਾਕਈ ਬੜਾ ਦਿਲਚਸਪ ਰਹੇਗਾ, ਕਿਉਂਕਿ ਜਿਵੇਂ ਅਸੀਂ ਗੱਲ ਕਹੀਏ ਵੀ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੇ ਥੱਲੜਾ ਬੰਦਾ ਕੰਮ ਨਾ ਕਰੇ ਅਸੀਂ ਕਹਿੰਦੇ ਹਾਂ ਕਿ ਅਫਸਰ ਠੀਕ ਹੈ, ਥੱਲੜੇ ਬੰਦੇ ਕੰਮ ਨਹੀਂ ਕਰਦੇ। ਹੁਣ ਥੱਲੜੇ ਕਹਿੰਦੇ ਅਸੀਂ ਕੰਮ ਕਰਨਾ, ਉਤਲਿਆਂ ਨੇ ਜਿਹੜੀ ਜਾਂਚ ਰਿਪੋਰਟ ਸੀ ਉਹ ਵੀ ਰੋਕੀ ਪਈ ਹੈ। ਇਸ ਕੇਸ ਦੇ ਵਿੱਚ ਤਾਂ ਥੱਲੇ ਵਾਲੇ ਦਾ ਬੰਦੇ ਬੜੇ ਇਮਾਨਦਾਰੀ ਨਾਲ ਕੰਮ ਕੀਤਾ, ਤਾਂ ਹੀ ਪਰਚਾ ਦਰਜ ਹੋਇਆ। ਇਨਵੈਸਟੀਗੇਸ਼ਨ ਠੀਕ ਕੀਤੀ ਹੈ। ਉਸ ਤੋਂ ਬਾਅਦ ਰੀ-ਇਨਵੈਸਟੀਗੇਸ਼ਨ ਦੇ ਵਿੱਚ SP ਮੈਡਮ ਨੇ ਵੀ ਇਨਕੁਆਇਰੀ ਠੀਕ ਕੀਤੀ ਹੈ। ਇਸ ਸਮੇਂ ਜਿਹੜੀ ਇੱਕ ਵੱਡੀ ਕਾਲੀ ਭੇਡ ਹੈ ਉਹ ਚੰਡੀਗੜ੍ਹ ਦੇ ਮੋਹਾਲੀ ਦੇ ਦਫ਼ਤਰ 'ਚ ਬੈਠੀ ਹੈ। ਨਾਮ ਕੈਮਰੇ ਸਾਹਮਣੇ ਨਹੀਂ ਦੱਸਾਂਗੇ, ਉਦੋਂ ਦੱਸਾਂਗੇ ਜਦੋਂ ਨੈਕਸਟ ਟਾਈਮ ਸਾਨੂੰ ਤੁਹਾਡੇ ਸਾਹਮਣੇ ਆਉਣਾ ਪਿਆ, ਉਹਦਾ ਨਾਮ ਦੱਸਾਂਗੇ ਜ਼ਰੂਰ। ਬਿਲਕੁਲ, ਨਾਲੇ ਉਮੀਦ ਕਰਾਂਗੇ ਕਿ ਗੁਰਪ੍ਰੀਤ ਸਿੰਘ ਨੂੰ ਇਨਸਾਫ ਮਿਲੇ ਤੇ ਕੋਈ ਹੋਰ ਨੌਜਵਾਨ ਅਜਿਹੇ ਪਰਿਵਾਰਾਂ ਦਾ ਜਾਂ ਫਿਰ ਅਜਿਹੀ ਕੁੜੀਆਂ ਦਾ ਸ਼ਿਕਾਰ ਨਾ ਹੋਵੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਫਿਲੌਰ।